ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8 ਦੇ ਫਾਈਨਲ ਬੋਰਡ ਦੇ ਇੰਗਲਿਸ਼ ਐਗਜ਼ਾਮ ਦੇ ਵਿੱਚ ਆਉਣ ਵਾਲੇ ਇੰਪੋਰਟੈਂਟ ਟੌਪਿਕ। ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਇੰਪੋਰਟੈਂਟ ਪੈਰਾਗ੍ਰਾਫ, ਇੰਪੋਰਟੈਂਟ ਪੋਸਟਰ ਮੇਕਿੰਗ ਕੁਐਸਚਨ, ਇੰਪੋਰਟੈਂਟ ਡਾਇਲੌਗ, ਇੰਪੋਰਟੈਂਟ ਪੋਇਮਸ। ਜੋ ਵੀ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਆਏਗਾ ਉਹਦੇ ਰਿਲੇਟਡ ਜੋ ਵੀ ਇੰਪੋਰਟੈਂਟ ਜਿਹੜੀਆਂ ਟੌਪਿਕ ਹੋਣਗੇ ਉਹ ਸਾਰੇ ਅਸੀਂ ਅੱਜ ਡਿਸਕਸ ਕਰਾਂਗੇ। ਸੋ ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ, ਕਿਉਂਕਿ ਜੈਸ ਟਿਊਟਰ ਇੱਕ ਪੰਜਾਬ ਦਾ ਇੱਕ ਅਜਿਹਾ ਚੈਨਲ ਹੈ ਜੋ ਤੁਹਾਨੂੰ 8th ਦੇ ਬੋਰਡ ਦੇ ਐਗਜ਼ਾਮ ਦੀ ਤਿਆਰੀ ਲਾਈਵ ਹੋ ਕੇ ਵੀ ਕਰਾ ਰਿਹਾ ਤੇ ਵੀਡੀਓਜ਼ ਪਾ ਕੇ ਵੀ ਕਰਾ ਰਿਹਾ। ਜਿਨ੍ਹਾਂ ਸਟੂਡੈਂਟ ਅਜੇ ਤੱਕ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਤੁਹਾਡੇ ਬੋਰਡ ਦੇ ਐਗਜ਼ਾਮ ਦੀ ਤਿਆਰੀ ਹਰ ਰੋਜ਼ ਸ਼ਾਮ ਨੂੰ 7 ਤੋਂ 8 ਵਜੇ ਤੱਕ ਲਾਈਵ ਵੀ ਕਰਵਾਈ ਜਾਂਦੀ ਆ। ਸੋ ਜਲਦੀ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। इंग्लिश फस्ट पैराग्राफ है जी अपने को, दिवाली इज द ग्रेटेस्ट फैसटिवल ऑफ इंडिया। ਆਪਾਂ ਇਹ ਚ ਡਾਇਰੈਕਟ ਕੁਐਸਚਨ ਦੇਖਦੇ ਹਾਂ। ਜਦੋਂ ਵੀ ਦੇਖੋ ਕੁਐਸਚਨ ਤੁਸੀਂ ਇਹਦੇ ਆਨਸਰ ਲੱਭਣੇ ਸਟਾਰਟ ਕਰਨੇ ਆ। ਜਿਹੜਾ ਪਹਿਲਾ ਕੁਐਸਚਨ ਹੋਊਗਾ ਦੀਵਾਲੀ ਇਜ਼ ਦਾ ਗ੍ਰੇਟੈਸਟ ਡੈਸ਼ ਆਫ ਹਿੰਦੂਜ਼, ਤੇ ਜਿਹੜਾ ਜਿਸ ਤਰ੍ਹਾਂ ਇਸ ਤਰ੍ਹਾਂ ਹੀ ਸੈਕਿੰਡ ਕੁਐਸਚਨ, ਜਿਹੜਾ ਫਸਟ ਕੁਐਸਚਨ ਹੋਏਗਾ ਉਹ ਹਮੇਸ਼ਾ ਫਸਟ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਹੀ ਹੋਏ। ਠੀਕ ਹੈ ਜੀ। ਇਸ ਤਰ੍ਹਾਂ ਹੀ ਸੈਕਿੰਡ ਕੁਐਸਚਨ ਫਿਰ ਨੈਕਸਟ ਲਾਈਨ ਦੇ ਵਿੱਚ ਚੱਲ ਜਾਏਗਾ। ਉਸ ਤੋਂ ਬਾਅਦ ਮੋਸਟਲੀ ਇਸ ਤਰ੍ਹਾਂ ਹੀ ਚੱਲਦਾ ਹੈ। 90% ਚਾਂਸ ਜਿਹੜੇ ਇਸੇ ਤਰੀਕੇ ਦੇ ਰਹਿੰਦੇ ਆ। ਕਈ ਵਾਰੀ ਇੱਕ ਅੱਧਾ ਕੁਐਸਚਨ ਜਿਹੜਾ ਆ ਜਾਂਦਾ ਜਿਹੜਾ ਕਿਤੇ ਵਿੱਚੋਂ ਲੱਭਣਾ ਪੈ ਜਾਂਦਾ ਜਾਂ ਆਲ ਓਵਰ ਉਸਦਾ ਕੋਈ ਪੈਰੇ ਦਾ ਸਬਜੈਕਟ ਦੱਸਣਾ ਪੈ ਜਾਂਦਾ, ਬਟ ਅਦਰਵਾਈਜ਼ ਜਿਹੜਾ ਹੈਗਾ ਉਹ ਇਸੇ ਤਰੀਕੇ ਨਾਲ ਸੀਰੀਜ਼ ਚੱਲਦੀ ਹੁੰਦੀ ਆ। ਸੋ ਜਿਵੇਂ ਦੇਖੋ ਫਸਟ ਕੁਐਸਚਨ ਆ ਸਾਡੇ ਕੋਲ, ਦੀਵਾਲੀ ਇਜ਼ ਦਾ ਗ੍ਰੇਟੈਸਟ ਡੈਸ਼ ਆਫ ਹਿੰਦੂਜ਼। ਦੇਖੋ ਇੱਥੇ ਲਿਖਿਆ ਫਸਟ ਲਾਈਨ ਦੇ ਵਿੱਚ ਹੀ ਲਿਖਿਆ ਦੀਵਾਲੀ ਇਜ਼ ਦਾ ਗ੍ਰੇਟੈਸਟ ਫੈਸਟੀਵਲ। ਸੋ ਇੱਥੇ ਆਨਸਰ ਕੀ ਆ ਜਾਏਗਾ ਸਾਡੇ ਕੋਲ, ਫੈਸਟੀਵਲ। ਨੈਕਸਟ ਆ ਦੀਵਾਲੀ ਇਜ਼ ਸੈਲੀਬ੍ਰੇਟਡ। ਦੀਵਾਲੀ ਕਿੱਥੇ ਸੈਲੀਬ੍ਰੇਟਡ ਹੁੰਦੀ ਆ? ਦੇਖੋ ਇਟ ਇਜ਼ ਸੈਲੀਬ੍ਰੇਟਡ ਥਰੂ ਆਊਟ ਦਾ ਵਰਲਡ। ਤੇ ਆਨਸਰ ਆ ਜਾਏਗਾ ਆਪਸ਼ਨ ਨੰਬਰ ਸੀ, ਥਰੂ ਆਊਟ ਦਾ ਵਰਲਡ। ਤੁਹਾਨੂੰ ਉੱਥੇ ਆਪਸ਼ਨ ਦਿੱਤੇ ਵੀ ਹੋ ਸਕਦੇ ਆ, ਨਹੀਂ ਵੀ ਦਿੱਤੇ ਹੋ ਸਕਦੇ, ਤੁਸੀਂ ਲੱਭ ਕੇ ਉੱਥੇ ਆਨਸਰ ਵੀ ਲਿਖਣਾ ਪੈ ਸਕਦਾ। ਨੈਕਸਟ ਆਪਣੇ ਕੋਲ ਦੀਵਾਲੀ ਇਜ਼ ਦਾ ਫੈਸਟੀਵਲ ਆਫ, ਇੱਥੇ ਦੇਖਦੇ ਹਾਂ ਦੇਖੋ ਇਟ ਇਜ਼ ਦਾ ਫੈਸਟੀਵਲ ਆਫ ਲਾਈਟ ਐਂਡ ਕੈਂਡਲ। ਸੋ ਆਪਸ਼ਨ ਦੇ ਵਿੱਚ ਕੀ ਆ ਦੇਖੋ, ਬੋਥ ਏ ਐਂਡ ਬੀ। ਠੀਕ ਹੈ ਜੀ, ਲਾਈਟਸ ਐਂਡ ਕੈਂਡਲ। ਨੈਕਸਟ ਕੁਐਸਚਨ ਆਪਣੇ ਕੋਲ, ਐਨ ਈਵਲ ਪ੍ਰੈਕਟਿਸ ਰਿਲੇਟਡ ਟੂ ਦੀਵਾਲੀ ਇਜ਼। ਦੇਖੋ ਇੱਕ ਬੁਰਾਈ ਜਿਹੜੀ ਆ ਦੀਵਾਲੀ ਦੇ ਵਿੱਚ ਲੁਕੀ ਹੋਈ ਆ। ਇੱਕ ਬੁਰਾਈ ਜਿਹੜੀ ਆ ਦੀਵਾਲੀ ਦੇ ਰਿਲੇਟਡ ਜੋ ਲੋਕੀ ਕਰਦੇ ਨੇ ਉਹ ਕੀ ਹੈ ਉਹ ਦੇਖੋ ਆਪਾਂ ਦੇਖਦੇ ਹਾਂ। ਹੁਣ ਉਸ ਤੋਂ ਬਾਅਦ ਆਪਾਂ ਨੈਕਸਟ ਲਾਈਨਾਂ 'ਚ ਜਾਣਾ। ਸਮ ਪੀਪਲ ਗੈਂਬਲ ਔਨ ਦਿਸ ਡੇ ਵਿਚ ਇਜ਼ ਐਨ ਈਵਲ ਪ੍ਰੈਕਟਿਸ। ਰਾਈਟ ਆਨਸਰ ਹੋ ਗਿਆ ਸਾਡੇ ਕੋਲ ਗੈਂਬਲ। ਆਪਸ਼ਨ ਦੇ ਵਿੱਚ ਆ ਜਾਏਗਾ ਆਪਸ਼ਨ ਨੰਬਰ ਡੀ, ਗੈਂਬਲਿੰਗ। ਪੀਪਲ ਗਿਵ ਪ੍ਰੈਜ਼ੈਂਟ ਟੂ देयर। ਦੇਖੋ ਇਹਦੇ ਵਿੱਚ ਜੇ ਤੁਸੀਂ ਪੈਰਾਗ੍ਰਾਫ ਦੇ ਵਿੱਚ ਨਾ ਵੀ ਦੇਖੋ ਤਾਂ ਵੀ ਤੁਹਾਨੂੰ ਆਨਸਰ ਕੀ ਪਤਾ ਹੈ। ਆਪਸ਼ਨ ਨੰਬਰ ਏ ਐਂਡ ਬੀ, ਫਰੈਂਡਸ ਐਂਡ relatives, both A and B। ਪਰ ਫਿਰ ਵੀ ਅਸੀਂ ਕਲੈਰੀਫਿਕੇਸ਼ਨ ਲਈ ਆਪਾਂ ਪੈਰਾਗ੍ਰਾਫ ਵੀ ਦੇਖ ਲੈਣੇ ਇੱਕ ਵਾਰ। ਦੇਖੋ ਇਹ ਲਾਸਟ ਵਾਲੇ ਕੁਐਸਚਨ ਦਾ ਆਨਸਰ ਦੇਖੋ, ਥਰਡ ਵਾਲੇ ਦਾ ਲਾਸਟ ਵਾਲੀ ਲਾਈਨ ਦੇ ਵਿੱਚ ਸੀਗਾ ਔਰ ਐਂਡ ਫੋਰਥ ਵਾਲੇ ਦਾ ਹੁਣ ਇੱਕ ਉੱਪਰ ਚਲੇ ਗਿਆ। ਦੇਖੋ ਇਹ ਇੱਕ ਅੱਧਾ ਕੁਐਸਚਨ ਹੀ ਹੁੰਦਾ ਜਿਹੜਾ ਦੁਬਾਰਾ ਵਿੱਚੋਂ ਦੇਖਣਾ ਪੈਂਦਾ, ਨਹੀਂ ਅਦਰਵਾਈਜ਼ ਜਿਹੜੀ ਸੀਰੀਜ਼ ਆ ਉਹ ਇਸ ਤਰੀਕੇ ਦੇ ਨਾਲ ਹੀ ਚੱਲੇਗੀ। ਇੱਥੇ ਲਿਖਿਆ ਦੇਖੋ, ਦੇ ਆਲਸੋ ਗਿਵ ਪ੍ਰੈਜ਼ੈਂਟ ਟੂ देयर ਫਰੈਂਡਸ ਐਂਡ ਰਿਲੇਟਿਵਸ। ਕਈ ਵਾਰ ਇੰਨਾ ਈਜ਼ੀ ਪੈਰਾ ਆ ਜਾਂਦਾ ਕਿ ਆਪਸ਼ਨ ਜਿਹੜਾ ਆਪਾਂ ਨੂੰ ਦੇਖਣ ਦੀ ਵੀ ਲੋੜ ਨਹੀਂ ਪੈਂਦੀ, ਪੈਰਾਗ੍ਰਾਫ ਦੇ ਵਿੱਚ ਜਾ ਕੇ ਆਨਸਰ ਪਹਿਲਾਂ ਹੀ ਪਤਾ ਲੱਗ ਜਾਂਦਾ। ਨੈਕਸਟ ਪੈਰਾਗ੍ਰਾਫ ਆਪਣੇ ਕੋਲ ਹੀ ਫਸਟ ਸਤਿਆਗ੍ਰਹਿ ਵਾਲਾ। ਫਸਟ ਕੁਐਸਚਨ ਇਹਦੇ ਵਿੱਚ, ਗਾਂਧੀ ਜੀ ਲੈਫਟ ਫॉर ਚੰਪਾਰਣ ਟੂ ਫਾਈਂਡ। ਗਾਂਧੀ ਜੀ ਕਿੱਥੇ ਗਏ ਚੰਪਾਰਣ ਛੱਡ ਕੇ? ਦੇਖੋ ਇੱਥੇ ਲਾਈਨ ਦੇ ਵਿੱਚ ਲਿਖਿਆ, ਗਾਂਧੀ ਜੀ ਲੈਫਟ ਫॉर ਚੰਪਾਰਣ ਟੂ ਫਾਈਂਡ ਆਊਟ ਦਾ ਟਰੁਥ। ਆਨਸਰ ਹੋ ਜਾਏਗਾ ਆਊਟ ਦਾ ਟਰੁਥ। ਨੈਕਸਟ ਕੁਐਸਚਨ ਆਪਣੇ ਕੋਲ, ਹੂ ਵਰ ਕਰੂਅਲੀ ਟ੍ਰੀਟਡ। ਕਿਹਨਾਂ ਦੇ ਨਾਲ ਬੁਰਾ ਵਿਹਾਰ ਕੀਤਾ ਗਿਆ? ਦੇਖੋ ਉੱਪਰ ਹੁਣ ਇਹ ਜਿਹੜਾ ਲਾਈਨ ਆ ਇਹ ਦੁਆਰਾ ਇਹਨਾਂ ਨੇ ਉੱਪਰ ਪਹੁੰਚਾ ਦਿੱਤੀ। The peasants of that district were being cruelly treated by British indigo planters। ਪਰ ਕੁਐਸਚਨ ਕੀ ਸੀਗਾ ਕਿ ਕਿਹਨਾਂ ਨਾਲ ਕੀਤਾ ਗਿਆ? ਤਾਂ ਆਨਸਰ ਕੀ ਹੋਏਗਾ ਸਾਡੇ ਕੋਲ, ਪੀਸੈਂਟ ਯਾਨੀ ਕਿਸਾਨ, ਪੀਸੈਂਟ ਆਫ ਚੰਪਾਰਣ। ਆਨਸਰ ਨੰਬਰ ਸੀ, ਥਰਡ। ਗਾਂਧੀ ਜੀ ਵਾਸ ਆਸਕਡ ਟੂ ਲੀਵ ਬਿਕੋਜ਼। ਗਾਂਧੀ ਜੀ ਨੂੰ ਛੱਡਣ ਲਈ ਕਿਹਾ ਗਿਆ ਸੀਗਾ ਕਿਉਂਕਿ the government got alarmed and ਗਾਂਧੀ ਜੀ ਵਾਸ ਆਸਕਡ ਟੂ ਲੀਵ the district। ਸੋ ਆਨਸਰ ਇਜ਼ the government was alarmed। next ਆਪਣੇ ਕੋਲ, when refused ਗਾਂਧੀ ਜੀ was asked to appear before। he refused and was asked to appear before magistrate। ਆਨਸਰ ਹੋ ਜਾਏਗਾ ਮੈਜਿਸਟ੍ਰੇਟ। ਨੈਕਸਟ ਆਪਣੇ ਕੋਲ, ਗਾਂਧੀ ਜੀ ਫਸਟ ਸਤਿਆਗ੍ਰਹਿ ਵਾਸ ਦੇ ਲਾਸਟ ਵੀ ਲਿਖਿਆ ਦੇਖੋ ਇੱਥੇ, at last he succeeded in securing justice for the poor peasant, यानी वो सफल हो गए सी। सो आंसर इज सक्सेस। नेक्स्ट इंपॉर्टेंट पैराग्राफ अपने को, ट्रीज आर एज ब्यूटीफुल एज दे आर यूजफुल। फर्स्ट क्वेश्चन है विच, ट्रीज आर नेचर्स प्रीशियस गिफ्ट टू अस बिकॉज। रुख जिहड़े ने एक कुदरत दी बहुत ही प्रीशियस गिफ्ट ने क्योंकि। देखो ऑप्शन च देख लो पहला, दे प्रोवाइड अस फूड, शेड एंड वुड। दे प्रोवाइड शेल्टर टू द बर्ड्स। दे टर्न द अर्थ इनटू अ ब्यूटीफुल प्लेस। देखो ना भी ਅਸੀਂ ਆਪਸ਼ਨ ਵਿੱਚ ਦੇਖੀਏ ਤਾਂ ਵੀ ਇਹ ਸਾਰੇ ਉਹ ਗਿਫਟ ਨੇ ਜਿਹੜੇ ਸਾਨੂੰ ਕੁਦਰਤ
ਵਾਕਈ ਦਿੰਦੇ ਆ, ਤਾਂ ਅਸੀਂ ਇਹਦਾ ਆਨਸਰ ਵੀ ਲਗਾ ਸਕਦੇ ਆ ਡਾਇਰੈਕਟ ਆਲ ਆਫ ਅਬਵ। ਪਰ ਜੇ ਇਹਦੇ ਵਿੱਚ ਦੇਖੀਏ ਆਪਾਂ ਪੈਰਾਗ੍ਰਾਫ ਦੇ ਵਿੱਚ ਤਾਂ ਦੇਖੋ ਸਾਫ਼-ਸਾਫ਼ ਲਿਖਿਆ ਦੇ ਗਿਵ ਅਸ ਫਰੂਟ ਸ਼ੇਡ ਐਂਡ ਫੂਡ, ਬਰਡ ਬਿਲਡ ਨੈਸਟ ਇਨ देयर ਬ੍ਰਾਂਚेस। ਨੈਕਸਟ ਆਪਣੇ ਕੋਲ when there is lack of water the tree, ਜਦੋਂ ਰੁੱਖ ਨੂੰ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਦੇਖੋ ਇਹ ਲਾਈਨ ਇੱਥੇ ਪਈ ਹੈ 3rd ਪੈਰਾਗ੍ਰਾਫ ਦੇ ਵਿੱਚ, if there is a lack of water the roots go down deeper and roots spread out far and wide backward and ਫਾਰਵਰਡ। ਤੇ ਆਪਸ਼ਨ ਚ ਗੱਲ ਆ ਰਹੀ ਹੈ send its roots deep far and wide। ਨੈਕਸਟ ਕੁਐਸਚਨ ਹੈ which of the following statement is true for both humans and trees। ਕਿਹੜੀ ਸਟੇਟਮੈਂਟ ਟਰੂ ਆ ਦੋਨਾਂ ਦੇ ਲਈ, ਹਿਊਮਨਸ ਤੇ ਟਰੀਜ਼ ਦੇ ਲਈ। ਦੇਖੋ ਇਹਨਾਂ ਵਿੱਚੋਂ ਜੇ ਤੁਹਾਨੂੰ ਪੈਰਾਗ੍ਰਾਫ ਤੋਂ ਵਿਦਆਊਟ ਵੀ ਲੱਭਣਾ ਪਵੇ ਤਾਂ ਵੀ ਤੁਸੀਂ ਇਹਦੇ ਵਿੱਚ ਆਨਸਰ ਜਿਹੜਾ ਲੱਭ ਸਕਦੇ ਹੋ। ਜਿਵੇਂ ਆਪਸ਼ਨ ਦੇਖਦੇ ਦੇਖੋ both breathe and grow, ਵੀ ਦੋਨੋਂ ਸਾਹ ਲੈਂਦੇ ਤੇ ਗਰੋ ਕਰਦੇ ਆ, ਬਿਲਕੁਲ ਸਹੀ ਆਨਸਰ ਹੈ। ਪਰ ਅਸੀਂ ਦੂਜੀ ਆਪਸ਼ਨ ਵੀ ਦੇਖ ਲੈਂਦੇ ਨਾਲ ਦੀ ਨਾਲ both can move and run, ਦੇਖੋ ਇਹ ਆਨਸਰ ਨਹੀਂ ਹੋ ਸਕਦਾ ਕਿਉਂਕਿ ਉਹ ਮੂਵ ਨਹੀਂ ਕਰ ਸਕਦੇ। both buy their own food, ਟਰੀਜ਼ ਜਿਹੜੇ ਨੇ ਆਪਣਾ ਫੂਡ ਬਾਏ ਨਹੀਂ ਕਰ ਸਕਦੇ। both have a nervous system, ਦੋਨਾਂ ਕੋਲ ਨਰਵਸ ਸਿਸਟਮ ਹੁੰਦਾ ਹੈ, ਬਿਲਕੁਲ ਨਹੀਂ, ਠੀਕ ਹੈ। ਔਰ ਤੁਸੀਂ ਇਸ ਤਰ੍ਹਾਂ ਵੀ ਤੁਸੀਂ ਉੱਥੇ ਫਾਈਂਡ ਆਊਟ ਕਰ ਸਕਦੇ ਹੋ। ਨੈਕਸਟ ਹੈ ਜੀ ਆਪਣੇ ਕੋਲ ਟਰੀਜ਼ ਫਾਈਟ ਮੈਨੀ ਐਨੀਮੀਜ਼ ਬਟ ਦੇ ਆਰ ਨਾਟ ਏਬਲ ਟੂ ਡਿਫੀਟ। ਕਹਿੰਦੇ ਦਰਖਤ ਜਿਹੜਾ ਉਹ ਕਈ ਦੁਸ਼ਮਣਾਂ ਨਾਲ ਲੜਦਾ ਹੈ ਪਰ ਉਹ ਕਿਸ ਨੂੰ ਨਹੀਂ ਹਰਾ ਸਕਦਾ, ਕਿਸ ਨੂੰ ਨਹੀਂ ਹਰਾ ਸਕਦਾ। ਦੇਖੋ ਇੱਥੇ ਲਾਸਟ ਵਿੱਚ ਲਿਖਿਆ ਇਟ ਕੈਨ ਡਿਫੀਟ ਮੋਸਟ ਆਫ ਐਨੀਮੀ, ਇਸਨੇ ਕਈ ਦੁਸ਼ਮਣਾਂ ਨੂੰ ਹਰਾ ਦਿੱਤਾ। ਬਟ ਹਿਊਮਨ ਬੀਇੰਗ ਡਿਫੀਟ ਦਾ ਟਰੀ, ਪਰ ਮਨੁੱਖ ਨੇ ਦਰਖਤ ਨੂੰ ਹਰਾ ਦਿੱਤਾ time by cutting it down, ਉਹਨਾਂ ਨੂੰ ਕੱਟ ਕੇ। ਸੋ ਆਨਸਰ ਆ ਜਾਏਗਾ ਇੱਥੇ ਹਿਊਮਨ। ਟਰੀਜ਼ ਆਰ ਸਟਰੋਂਗ ਫਾਈਟਰ ਬਿਕੋਜ਼ ਸਟਰੋਂਗ ਫਾਈਟਰ ਹੈ ਕਿਉਂਕਿ ਦੇਖੋ ਇਹਦਾ ਆਨਸਰ ਜਿਹੜਾ ਹੈਗਾ ਪੈਰਾ ਦੇ ਵਿੱਚ ਕਿਤੇ ਵੀ ਸਾਫ਼-ਸਾਫ਼ ਨਹੀਂ ਲਿਖਿਆ, ਪਰ ਫਿਰ ਵੀ ਆਪਾਂ ਇੱਥੋਂ ਜਦੋਂ ਐਲੀਮੀਨੇਸ਼ਨ ਮੈਥਡ ਲਾਵਾਂਗੇ, ਜਿਹੜੇ ਸਟੂਡੈਂਟ ਮੇਰੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ, ਬੋਰਡ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਪਤਾ ਕਿ ਐਲੀਮੀਨੇਸ਼ਨ ਮੈਥਡ ਕੀ ਹੁੰਦਾ। ਪਰ ਜਿਹੜੇ ਸਟੂਡੈਂਟ ਇਹ ਨਵੀਂ ਵੀਡੀਓ ਦੇਖ ਰਹੇ ਨੇ ਤਾਂ ਉਹਨਾਂ ਨੂੰ ਮੈਂ ਥੋੜਾ ਜਿਹਾ ਦੱਸ ਦਿੰਦਾ ਕਿ ਜਿਹੜਾ ਐਲੀਮੀਨੇਸ਼ਨ ਮੈਥਡ ਹੁੰਦਾ ਸੀ ਉਹਦਾ ਮਤਲਬ ਕੀ ਹੁੰਦਾ ਕਿ ਅਸੀਂ ਜਿਹੜਾ ਰੋਂਗ ਆਪਸ਼ਨ ਹੈ ਉਹ ਆਪਣੇ ਅੰਦਾਜ਼ੇ ਦੇ ਨਾਲ ਉਹਨੂੰ ਬਾਹਰ ਕੱਢ ਦੇਣਾ ਕਿ ਇਹ ਆਪਸ਼ਨ ਤਾਂ ਬਿਲਕੁਲ ਹੀ ਗਲਤ ਹੈ। ਉਹ ਆਪਸ਼ਨ ਦੇਖ ਕੇ ਪਤਾ ਲੱਗ ਜਾਂਦਾ ਹੈ। ਜਿਵੇਂ ਦੇਖੋ ਇੱਥੇ ਹੁਣ ਅਸੀਂ ਐਲੀਮੀਨੇਸ਼ਨ ਮੈਥਡ ਯੂਜ਼ ਕਰਕੇ ਕਰਦੇ ਹਾਂ। ਦੇਖੋ ਆਪਸ਼ਨ ਡੀ ਤੋਂ ਸਟਾਰਟ ਕਰਦੇ ਹਾਂ। ਦੇ ਹੈਵ ਸਟਰੋਂਗ ਰੂਟਸ ਐਂਡ ਟਰੰਕ, ਉਹਦੇ ਕੋਲ ਸਟਰੋਂਗ ਰੂਟਸ ਹੁੰਦੀਆਂ ਐਂਡ ਟਰੰਕ ਐਂਡ ਤਣੇ ਹੁੰਦੇ ਨੇ। ਦੇਖੋ ਕਈ ਰੁੱਖਾਂ ਦੇ ਤਣੇ ਨਹੀਂ ਵੀ ਹੁੰਦੇ, ਉਹ ਗਿਰ ਵੀ ਜਾਂਦੇ ਨੇ। ਦੇਖੋ ਜੇ ਤੇਜ਼ ਹਵਾ ਆ ਜਾਏ ਤਾਂ ਉਹ ਗਿਰ ਵੀ ਜਾਂਦੇ ਨੇ। ਦੇ ਕੈਨ ਡਿਫੀਟ ਆਲ देयर ਐਨੀਮੀਜ਼, ਨਹੀਂ ਅਸੀਂ ਉੱਪਰ ਕੁਐਸਚਨ 'ਚ ਕਰ ਲਿਆ ਕਿ ਉਹ ਸਾਰੇ ਦੁਸ਼ਮਣਾਂ ਨੂੰ ਨਹੀਂ ਹਰਾ ਸਕਦਾ ਕਿਉਂਕਿ ਉਹ ਮਨੁੱਖਾਂ ਨੂੰ ਨਹੀਂ ਹਰਾ ਸਕਦਾ। ਦੇ ਕੈਨ ਕਿਲ ਅਦਰ ਟਰੀਜ਼, ਉਹ ਦੂਜੇ ਦਰਖਤਾਂ ਨੂੰ ਮਾਰ ਦਿੰਦਾ ਹੈ ਗਰੋਥ ਲਈ, ਨਹੀਂ ਬਿਲਕੁਲ ਵੀ ਨਹੀਂ। They can adopt themselves to all circumstance, that is the right answer। They can adopt themselves to all circumstance, ਉਹ ਆਪਣੇ ਆਪ ਨੂੰ ਹਰੇਕ ਸਰਕਮਸਟੈਂਸ ਦੇ ਵਿੱਚ ਢਾਲ ਲੈਂਦਾ ਹੈ। ਨੈਕਸਟ ਆ ਜਾਂਦਾ ਸਾਡੇ ਕੋਲ ਪੋਸਟਰ ਮੇਕਿੰਗ ਕੁਐਸਚਨ। ਤੁਹਾਨੂੰ ਇਸ ਤਰ੍ਹਾਂ ਇੱਕ ਪਿਕਚਰ ਦਿੱਤੀ ਹੋਊਗੀ, ਉਹਦੇ ਵਿੱਚੋਂ ਤੁਸੀਂ ਅਸੀਂ ਇਹਨਾਂ ਦੇ ਕੁਐਸਚਨਾਂ ਦੇ ਆਨਸਰ ਦੇਣੇ ਨੇ। What is the purpose of this poster? ਪਰਪਸ ਕੀ ਆ? ਪਰਪਸ ਜਿਹੜਾ ਦੇਖੋ ਹਮੇਸ਼ਾ ਉੱਪਰ ਲਿਖਿਆ ਹੋਊਗਾ। ਨੈਕਸਟ ਆ ਜਾਂਦੇ ਆ ਸਾਡੇ ਕੋਲ ਪਿਕਚਰ ਨੂੰ ਤੁਸੀਂ ਕੇਅਰਫੁਲੀ ਦੇਖਣਾ ਤੇ ਇਹਦੇ ਕੁਐਸਚਨਾਂ ਦੇ ਆਨਸਰ ਦੇਣੇ ਆ। ਫਸਟ ਕੁਐਸਚਨ ਆ ਸਾਡੇ ਕੋਲ ਦਾ ਪੋਸਟਰ ਟੈਲਸ ਅਸ ਦੈਟ, ਪੋਸਟਰ ਸਾਨੂੰ ਕਿਸ ਬਾਰੇ ਦੱਸ ਰਿਹਾ ਹੈ? ਆਪਸ਼ਨ ਦੇਖ ਲੈਣੇ ਆ। ਇੰਡੀਆ ਇਜ਼ ਦ ਲੈਂਡ ਆਫ ਫੈਸਟੀਵਲ, ਵੀ ਸੈਲੀਬ੍ਰੇਟ ਮੈਨੀ ਫੈਸਟੀਵਲ ਇਨ ਇੰਡੀਆ, ਫੈਸਟੀਵਲ ਆਫ religion are celebrated in India, all of these, ਬਿਲਕੁਲ ਸਹੀ ਗੱਲ ਹੈ ਜੀ, all of these, ਕਿਉਂਕਿ ਦੇਖੋ ਇੱਥੇ ਦੀਵਾਲੀ ਬਾਰੇ ਵੀ ਦੱਸਿਆ ਜਾ ਰਿਹਾ ਹੈ, ਹੋਲੀ ਬਾਰੇ ਵੀ, ਕ੍ਰਿਸਮਸ ਬਾਰੇ ਵੀ, ਔਰ ਟਾਈਟਲ ਵੀ ਦਿੱਤਾ ਹੈ ਫੈਸਟੀਵਲ ਆਫ ਇੰਡੀਆ। ਨੈਕਸਟ ਕੁਐਸਚਨ ਆਪਣੇ ਕੋਲ what is the importance of festival in our life, ਇਹਦੀ ਇੰਪੋਰਟੈਂਸ ਕੀ ਆ? ਆਪਸ਼ਨ ਦੇਖ ਲੈਣੇ ਆ। they give us energy, they keep our culture alive, they entertain us, ਬਿਲਕੁਲ ਸਹੀ ਗੱਲ ਹੈ ਜੀ, all of these, ਆਪਸ਼ਨ ਨੰਬਰ ਡੀ। ਪੋਸਟਰ ਦੇਖਣ ਤੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਨੂੰ એનર્ਜੀ ਦੇ ਰਹੇ ਨੇ, ਕਲਚਰ ਵੀ ਸਾਡਾ ਜਿਉਂਦਾ ਰੱਖ ਰਹੇ ਨੇ। ਦੇਖੋ ਇਹ ਦੋ ਬ੍ਰਦਰ ਆਪਸ ਦੇ ਵਿੱਚ ਮਿਲ ਰਹੇ ਨੇ, ਠੀਕ ਹੈ ਜੀ। ਦੇ ਇੰਟਰਟੇਨ ਅਸ, ਉਹ ਸਾਨੂੰ ਐਂਟਰਟੇਨ ਵੀ ਕਰ ਰਹੇ ਨੇ। ਪੁਸ਼ਕਰ ਫੇਅਰ ਇਜ਼ ਸੈਲੀਬ੍ਰੇਟਡ, ਪੁਸ਼ਕਰ ਫੇਅਰ ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ? ਆਨਸਰ ਹੋ ਜਾਏਗਾ ਸਾਡੇ ਕੋਲ ਇਨ ਰਾਜਸਥਾਨ। ਨੈਕਸਟ ਕੁਐਸਚਨ ਆਪਣੇ ਕੋਲ ਹੋਲੀ ਇਜ਼ ਫੈਸਟੀਵਲ ਆਫ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਫੈਸਟੀਵਲ ਹੈ ਕਲਰ ਦਾ, ਸੋ ਆਨਸਰ ਹੋ ਜਾਏਗਾ ਕਲਰ। ਵਿਚ ਆਫ ਦਾ ਫੋਲੋਇੰਗ ਫੈਸਟੀਵਲ ਇਨ ਪਾਰਟਿਕੂਲਰ ਵੁੱਡ ਪ੍ਰਮੋਟ ਹਿੰਦੂ ਮੁਸਲਿਮ ਯੂਨਿਟੀ, ਕਿਹੜਾ ਜਿਹੜਾ ਫੈਸਟੀਵਲ ਆ ਉਹ ਪ੍ਰਮੋਟ ਕਰਦਾ ਹਿੰਦੂ ਮੁਸਲਿਮ ਯੂਨਿਟੀ ਨੂੰ? ਤਾਂ ਆਨਸਰ ਸਾਨੂੰ ਸਾਰਿਆਂ ਨੂੰ ਪਤਾ ਹੈ ਦੀਵਾਲੀ ਐਂਡ ਈਦ। ਨੈਕਸਟ ਇੰਪੋਰਟੈਂਟ ਆਪਣੇ ਕੋਲ ਪਿਕਚਰ ਮੇਕਿੰਗ ਕੁਐਸਚਨ ਆ ਰੋਡ ਸੇਫਟੀ ਵਾਲਾ। ਫਸਟ ਕੁਐਸਚਨ ਇਹਦੇ ਵਿੱਚ what is the purpose of this advertisement, ਇਹਦਾ ਪਰਪਸ ਕੀ ਹੈ? ਆਪਸ਼ਨ ਦੇਖ ਲੈਂਦੇ ਆਪਾਂ। to prevent people from using motorcycle, ਕਿ ਇਹਦਾ ਪਰਪਸ ਜਿਹੜਾ ਸਿਰਫ ਮੋਟਰਸਾਈਕਲ ਤੋਂ ਬਚਾਉਣਾ ਹੀ ਹੈ। ਟੂ ਸਪਰੈਡ ਅਵੇਅਰਨੈਸ ਅਬਾਊਟ ਟ੍ਰੈਫਿਕ ਰੂਲਸ, ਟ੍ਰੈਫਿਕ ਰੂਲ ਬਾਰੇ ਅਵੇਅਰਨੈਸ ਕਰਨਾ। ਟੂ ਸਟਾਪ ਪੀਪਲ ਫਰਮ ਵਾਕਿੰਗ ਔਨ ਦਾ ਰੋਡਸ, ਲੋਕਾਂ ਨੂੰ ਰੋਡ ਤੇ ਚੱਲਣ ਤੋਂ ਰੋਕਣਾ। ਟੂ ਸਕੇਅਰ ਪੀਪਲ ਆਫ ਰੋਡ ਐਕਸੀਡੈਂਟ, ਪਰ ਸਹੀ ਆਪਸ਼ਨ ਕੀ ਹੋਏਗਾ ਸਾਡੇ ਕੋਲ? ਆਪਸ਼ਨ ਨੰਬਰ ਬੀ, ਟੂ ਸਪਰੈਡ ਅਵੇਅਰਨੈਸ ਅਬਾਊਟ ਟ੍ਰੈਫਿਕ ਰੂਲਸ, ਕਿਉਂਕਿ ਦੇਖੋ ਇੱਥੇ ਸਾਰੇ ਟ੍ਰੈਫਿਕ ਰੂਲਸ ਦੀ ਹੀ
ਗੱਲ ਕੀਤੀ ਜਾ ਰਹੀ ਹੈ। ਨੈਕਸਟ ਕੁਐਸਚਨ, ਵਾਈਲ ਔਨ ਸਕੂਟਰ ਔਰ ਬਾਈਕ ਵਿਚ ਥਿੰਗ ਕੈਨ ਹੈਲਪ ਟੂ ਸੇਵ ਆਵਰ ਲਾਈਫ, ਕਿਹੜੀ ਜਿਹੜੀ ਚੀਜ਼ ਆ ਸਾਨੂੰ ਬਚਾ ਸਕਦੀ ਹੈ ਜਦੋਂ ਅਸੀਂ ਸਕੂਟਰ ਔਰ ਬਾਈਕ ਤੇ ਹੁੰਦੇ ਆ। ਦੇਖੋ ਤੇ ਸਾਫ਼-ਸਾਫ਼ ਲਿਖਿਆ ਵੀਅਰ ਹੈਲਮਟ ਵਾਈਲ ਡਰਾਈਵਿੰਗ, ਆਨਸਰ ਹੋ ਜਾਏਗਾ ਸਾਡੇ ਕੋਲ ਹੈਲਮਟ। ਨੈਕਸਟ ਕੁਐਸਚਨ ਹੈ ਜ਼ੈਬਰਾ ਕ੍ਰੋਸਿੰਗ ਇਜ਼ ਮੀਨਡ ਫॉर, ਜ਼ੈਬਰਾ ਕ੍ਰੋਸਿੰਗ ਦਾ ਮੀਨਡ ਕੀ ਹੈ। ਦੇਖੋ ਤੇ ਜ਼ੈਬਰਾ ਕ੍ਰੋਸਿੰਗ ਦੇ ਵੀ ਤੁਹਾਨੂੰ ਇੱਕ ਚੱਲਦੇ ਹੋਏ ਹਿਊਮਨ ਨੂੰ ਦਿਖਾਇਆ ਜਾ ਰਿਹਾ। ਸੋ ਵੈਸੇ ਵੀ ਸਾਨੂੰ ਪਤਾ ਜ਼ੈਬਰਾ ਕ੍ਰੋਸਿੰਗ ਜਿਹੜੀ ਆ ਕ੍ਰੋਸਿੰਗ ਕਰਨ ਦੇ ਲਈ ਹੁੰਦੀ ਆ, ਉਹ ਵੀ ਪੈਦਲਰ ਦੇ ਲਈ, ਜਿਹੜੇ ਪੈਦਲ ਜਾਂਦੇ ਨੇ। ਤਾਂ ਆਨਸਰ ਕੀ ਹੋ ਜਾਏਗਾ ਸਾਡੇ ਕੋਲ ਪੈਡਸਟਰੀਅਨਸ। ਫੋਰਥ ਨੰਬਰ ਤੇ ਆ ਵਨ ਸ਼ੁਡ ਸਟਾਪ ਦਾ ਵਹੀਕਲਸ ਵੈਨ ਇਟ ਇਜ਼, ਕਹਿੰਦੇ ਸਾਨੂੰ ਵਹੀਕਲ ਨੂੰ ਰੋਕ ਦੇਣਾ ਚਾਹੀਦਾ ਜਦੋਂ, ਸਾਨੂੰ ਸਾਰਿਆਂ ਨੂੰ ਪਤਾ ਕਦੋਂ ਰੋਕਣਾ ਚਾਹੀਦਾ, ਰੈੱਡ ਲਾਈਟ, ਜਦੋਂ ਰੈੱਡ ਲਾਈਟ ਹੋ ਜਾਂਦੀ ਹੈ ਫਿਰ ਅਸੀਂ ਆਪਣਾ ਵਹੀਕਲ ਨੂੰ ਰੋਕ ਲੈਣੇ ਹੁੰਦੇ ਆ। ਦੇਖੋ ਇੱਥੇ ਲਿਖਿਆ ਡੂ ਨਾਟ ਜੰਪ ਰੈੱਡ ਲਾਈਟ। ਲਾਸਟ ਕੁਐਸਚਨ ਹੈ ਇਸਦਾ, ਰੋਡ ਐਕਸੀਡੈਂਟ ਕੈਨ ਬੀ ਪ੍ਰੀਵੈਂਟਡ ਬਾਈ, ਰੋਡ ਐਕਸੀਡੈਂਟ ਰੋਕੇ ਜਾ ਸਕਦੇ ਆ। ਕਿਵੇਂ ਰੋਕੇ ਜਾ ਸਕਦੇ ਆ, ਜਿਹੜਾ ਆਲ ਆਫ ਅਬਵ ਦਾ ਆਪਸ਼ਨ ਹੁੰਦਾ ਨਾ ਹਮੇਸ਼ਾ ਜ਼ਿਆਦਾਤਰ ਇਹਦੇ ਵਿੱਚ ਉਹੀ ਸਹੀ ਹੋਊਗਾ, ਇਹ ਤੁਸੀਂ ਧਿਆਨ ਰੱਖ ਲਿਓ। ਵੈਸੇ ਵੀ ਜੇ ਅਸੀਂ ਦੇਖ ਲੈਂਦੇ ਆ ਤਾਂ ਡਰਾਈਵਿੰਗ ਵਿਦ ਇਨ ਸਪੀਡ ਲਿਮਿਟ ਬਿਲਕੁਲ ਸਹੀ ਗੱਲ ਹੈ। ਨਾਟ ਡਰਾਈਵਿੰਗ ਬਾਈ ਡਰਿੰਕਿੰਗ, ਸ਼ਰਾਬ ਪੀ ਕੇ ਸਾਨੂੰ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਓਬੇ ਦਾ ਟ੍ਰੈਫਿਕ ਰੂਲ, ਸਾਨੂੰ ਟ੍ਰੈਫਿਕ ਰੂਲ ਫੋਲੋ ਕਰਨੇ ਚਾਹੀਦੇ ਆ। ਤਾਂ ਆਨਸਰ ਕੀ ਹੋ ਗਿਆ ਸਾਡੇ ਕੋਲ, ਸਾਰੇ ਹੀ ਨੇ ਇਹ ਆਲ ਆਫ ਦਾ ਅਬਵ। ਨੈਕਸਟ ਆ ਸਾਡੇ ਕੋਲ ਦ ਮੇਨ ਪਰਪਸ ਆਫ ਦਿਸ ਪੋਸਟਰ, ਇਸ ਪੋਸਟਰ ਦਾ ਮੇਨ ਪਰਪਸ ਕੀ ਆ, ਸੇਵ ਅਰਥ, ਸੇਵ ਦਾ ਲਾਈਂਗ ਅਰਥ, ਇਹੀ ਸਾਡਾ ਆਨਸਰ ਹੋਏਗਾ। ਵਾਟ ਆਰ ਟਰਨਿੰਗ ਇਨਟੂ ਡਿਜ਼ਰਟ, ਆ ਲਿਖਿਆ ਜੀ ਟਰਨਿੰਗ ਇਨਟੂ ਡਿਜ਼ਰਟ ਗ੍ਰਾਸਲੈਂਡ, ਆਨਸਰ ਇਜ਼ ਗ੍ਰਾਸਲੈਂਡ। ਥਰਡ, ਵਾਟ ਸ਼ੁਡ ਵੀ ਡੂ ਟੂ ਸੇਵ ਦਾ ਅਰਥ, ਸਾਨੂੰ ਧਰਤੀ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ, ਜੁਆਇਨ ਦਾ ਗ੍ਰੀਨ ਮੂਵਮੈਂਟ, ਸੋ ਆਨਸਰ ਇਜ਼ ਜੁਆਇਨ ਦਾ green movement। ਲਾਸਟ ਆਪਣੇ ਕੋਲ find out the synonym of fertilizer used in poster, fertilizer ਦਾ synonym ਕੀ ਹੁੰਦਾ ਹੈ, ਮੈਨੂਅਰ ਮੀਨਸ ਖਾਦ। ਨੈਕਸਟ ਆਪਣੇ ਕੋਲ 26 ਜੂਨ ਵਾਲਾ ਪੋਸਟਰ। ਕੁਐਸਚਨ ਨੰਬਰ 1, ਵਾਟ ਇਜ਼ ਦਾ ਇੰਪੋਰਟੈਂਸ ਆਫ 26 ਜੂਨ, ਇੱਥੇ ਸਾਫ਼-ਸਾਫ਼ ਲਿਖਿਆ ਦੇਖੋ ਸੇ ਨੋ ਡਰੱਗਸ, ਤਾਂ ਆਨਸਰ ਹੋ ਜਾਏਗਾ ਸਾਡੇ ਕੋਲ ਐਂਟੀ ਡਰੱਗ ਡੇ। ਨੈਕਸਟ ਆਪਣੇ ਕੋਲ ਵਾਟ ਡੂ ਡਰੱਗਸ ਕੋਜ਼, ਡਰੱਗਸ ਨਾਲ ਕੀ ਹੋ ਜਾਂਦਾ ਹੈ, ਦੇਖੋ ਇਹ ਲਿਖਿਆ ਸਾਰਾ ਕੁਝ ਡਰੱਗਸ ਦੇ ਨਾਲ ਕੀ ਹੋ ਜਾਂਦਾ ਹੈ, ਠੀਕ ਹੈ, ਉਹੀ ਆਪਸ਼ਨ ਦੇ ਵਿੱਚ ਆ ਸਾਰਾ ਕੁਝ, ਲੋਸ ਆਫ ਜੌਬ, HIV, ਲੋਸ ਆਫ ਲਾਈਫ, ਸੋ ਆਨਸਰ ਹੋ ਜਾਏਗਾ ਸਾਡੇ ਕੋਲ ਆਲ ਆਫ ਅਬਵ। ਇਹ ਤੁਸੀਂ ਧਿਆਨ ਰੱਖਣਾ ਕਿ ਆਲ ਆਫ ਅਬਵ ਆ ਜਾਂਦਾ ਤਾਂ ਜ਼ਿਆਦਾਤਰ ਜਿਹੜਾ 90% ਚਾਂਸ ਹੋਣਗੇ ਤੁਹਾਡੇ ਕੋਲ ਆਲ ਆਫ ਅਬਵ ਦੇ ਹੀ ਹੋਣਗੇ। ਨੈਕਸਟ ਆਪਣੇ ਕੋਲ ਹੂ ਇਸ਼ੂਡ ਦਾ ਗਾਈਡਲਾਈਨ, ਗਾਈਡਲਾਈਨ ਕੌਣ ਇਸ਼ੂ ਕਰਦਾ ਹੈ, ਦੇਖੋ ਇੱਥੇ ਲਿਖਿਆ ਹੋਇਆ ਇਸ਼ੂਡ ਇਨ ਪਬਲਿਕ ਇੰਟਰਸਟ, ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ, ਸੋ ਆਨਸਰ ਇਜ਼ Ministry of Social Justice and Empowerment। Fourth question, find out the antonym of gain from the poster। gain ਦਾ antonym ਦੇਖਣਾ ਤੁਸੀਂ ਕੀ ਹੈ, ਵੈਸੇ ਸਾਨੂੰ ਪਤਾ ਹੀ ਹੈ gain ਦਾ antonym ਕੀ ਹੁੰਦਾ, ਯਾਨੀ ਵਿਰੋਧੀ ਸ਼ਬਦ ਕੀ ਹੁੰਦਾ, gain means ਹੁੰਦਾ ਲੈਣਾ ਜਾਂ ਕੁਝ ਪ੍ਰੋਫਿਟ ਹੋਣਾ, ਤਾਂ antonym ਕੀ ਹੋ ਜਾਊਗਾ ਇਹਦਾ, loss, ਨੁਕਸਾਨ ਹੋ ਜਾਣਾ। ਨੈਕਸਟ ਸਾਡੇ ਕੋਲ ਆਏਗਾ ਡਾਇਲੋਗ ਕਿਤੇ ਹੋਣਗੇ ਔਰ ਉਹਨਾਂ ਵਿੱਚੋਂ ਅਸੀਂ ਆਨਸਰ ਲੱਭਣੇ ਨੇ। ਕੁਐਸਚਨ ਨੰਬਰ ਫਸਟ ਹੈ, ਵਾਟ ਡਸ ਅਮਨ's ਮਦਰ ਆਸਕ ਹਿਸ ਫਾਦਰ ਟੂ ਡੂ, ਤਾਂ ਉਹਦੀ ਮਦਰ ਕੀ ਕਹਿ ਰਹੀ ਹੈ ਉਹਦੇ ਫਾਦਰ ਨੂੰ, ਟੂਡੇ ਇਜ਼ ਦਾ ਲਾਸਟ ਡੇ ਟੂ ਪੇ ਦਾ ਬਿੱਲ, ਸੋ ਆਨਸਰ ਇਜ਼ ਟੂ ਪੇ ਦਾ ਇਲੈਕਟ੍ਰਿਸਿਟੀ ਬਿੱਲ। ਨੈਕਸਟ ਕੁਐਸਚਨ ਹੈ, ਦਾ ਬਿੱਲ ਮਸਟ ਬੀ ਪੇਡ ਦੈਟ ਡੇ ਬਿਕੋਜ਼, ਬਿੱਲ ਜਿਹੜਾ ਬਹੁਤ ਜ਼ਰੂਰੀ ਭਰਨਾ ਸੀ ਉਸ ਦਿਨ ਕਿਉਂਕਿ ਉਸਦੇ ਲਾਈਨ 'ਚ ਕਿਹਾ ਜਾ ਰਿਹਾ ਟੂਡੇ ਇਜ਼ ਦਾ ਲਾਸਟ ਡੇਟ, ਕਿਉਂਕਿ ਡੇਟ ਲਾਸਟ ਸੀਗੀ, ਸੋ ਆਨਸਰ ਇਜ਼ today it is the last day to pay it। ਥਰਡ ਨੰਬਰ ਕੁਐਸਚਨ ਹੈ, ਅਮਨ ਫਾਦਰ ਪੇਡ ਦਾ ਬਿੱਲ ਥਰੂ, ਅਮਨ ਦੇ ਫਾਦਰ ਨੇ ਬਿੱਲ ਪੇਡ ਕੀਤਾ ਕਿਹਦੇ ਦੁਆਰਾ, ਇੱਥੇ ਫਾਦਰ ਲਿਖ ਕਹਿ ਰਿਹਾ ਦੇਖੋ I paid ਦਾ ਬਿੱਲ ਯੂਜ਼ਿੰਗ ਨੈਟ ਬੈਂਕਿੰਗ ਫੈਸਿਲਿਟੀ, ਨੈਟ ਬੈਂਕਿੰਗ ਫੈਸਿਲਿਟੀ ਯੂਜ਼ ਕਰਕੇ ਉਸਨੇ ਬਿੱਲ ਪੇ ਕੀਤਾ ਸੀਗਾ, ਸੋ ਆਨਸਰ ਆ ਜਾਏਗਾ ਸਾਡੇ ਕੋਲ ਨੈਟ ਬੈਂਕਿੰਗ ਫੈਸਿਲਿਟੀ। ਫੋਰਥ ਨੰਬਰ ਦੇ ਕੁਐਸਚਨ ਹੈ, ਫॉर ਸੇਵਿੰਗ ਆਫ ਆਵਰ ਮਨੀ ਅ ਬੈਂਕ ਇਜ਼, ਸਾਡੇ ਪੈਸੇ ਨੂੰ ਸੇਵ ਰੱਖਣ ਲਈ ਬੈਂਕ ਕੀ ਨੇ, ਇੱਥੇ ਆਪਸ਼ਨ ਦੇਖੋ ਕੀ ਲਿਖਿਆ, ਇਨ ਬੈਂਕ ਆਵਰ ਮਨੀ ਇਜ਼ ਆਲਵੇਜ਼ ਸੇਵ, ਸਾਡੀ ਜਿਹੜੀ ਮਨੀ ਆ ਉਹ ਉਸਦੇ ਵਿੱਚ ਸੇਫ ਰਹਿੰਦੀ ਹੈ, ਤਾਂ ਆਪਸ਼ਨ ਵੀ ਹੋ ਜਾਏਗਾ ਸਾਡੇ ਕੋਲ ਸੇਫ ਪਲੇਸ, ਇੱਕ ਸੇਫ ਪਲੇਸ ਹੈ। ਲਾਸਟ ਕੁਐਸਚਨ ਹੈ, ਇਜ਼ ਦਾ ਐਕਸਟਰਾ ਮਨੀ ਦੈਟ ਅ ਬੈਂਕ ਪੇਜ਼ ਅਸ ਔਨ ਮੋਰ ਆਵਰ ਡਿਪੋਜ਼ਿਟ ਇਜ਼ ਕਾਲਡ, ਐਕਸਟਰਾ ਮਨੀ ਨੂੰ ਕੀ ਕਹਿੰਦੇ ਆ, ਅਸੀਂ ਸਿੰਪਲ ਹੈ ਸਾਡੇ ਕੋਲ ਇੰਟਰਸਟ ਕਹਿੰਦੇ ਆ ਜਦੋਂ ਐਕਸਟਰਾ ਮਨੀ ਸਾਨੂੰ ਬੈਂਕ ਦਿੰਦਾ ਹੈ। ਸੋ ਇੱਥੇ ਡਾਇਲੋਗ ਵਿੱਚ ਦੇਖੋ ਲਿਖਿਆ ਬੈਂਕ ਆਲਸੋ ਪੇਜ਼ ਅਸ ਸਮ ਐਕਸਟਰਾ ਮਨੀ ਕਾਲਡ ਇੰਟਰਸਟ। ਸੋ ਇਸੇ ਤਰੀਕੇ ਨਾਲ ਦੇਖੋ ਇਹ ਸੀਰੀਜ਼ ਵਾਈਜ਼ ਜਿਹੜੇ ਕੁਐਸਚਨ ਆਨਸਰ ਇਹਦੇ ਵਿੱਚ ਚੱਲਦੇ ਹੁੰਦੇ ਆ, ਲਾਸਟ ਵਾਲੇ ਦਾ ਦੇਖੋ ਲਾਸਟ ਦੇ ਵਿੱਚ ਹੀ ਆਇਆ, ਸੋ ਇਹੀ ਤੁਸੀਂ ਉੱਥੇ ਧਿਆਨ ਰੱਖਣਾ। ਨੈਕਸਟ ਸਾਡੇ ਕੋਲ ਇੰਪੋਰਟੈਂਟ ਕੁਐਸਚਨ ਆਨਸਰ ਆ ਜਾਂਦੇ ਆ, ਬਹੁਤ ਦੇਖ ਲੈਂਦੇ ਆ ਹੁਣ ਚੈਪਟਰ ਦੇ ਵਿੱਚੋਂ। ਫਸਟ ਕੁਐਸਚਨ ਆਪਣੇ ਕੋਲ, ਵਟ ਮੇਡ ਦਾ ਨਰੇਟਰ ਅਨਹੈਪੀ, ਕਿਸ ਗੱਲ ਨੇ ਨਰੇਟਰ ਨੂੰ ਅਨਹੈਪੀ ਕਰ ਦਿੱਤਾ, ਦਾ ਲਿਮਿਟੇਸ਼ਨ ਆਫ ਹਰ ਔਨ ਕੰਪਿਊਟਰ ਮੇਡ ਦਾ ਨਰੇਟਰ unhappy। next है, what were the two features of Bell computer that were being advertised on TV। दो फीचर दसने Bell computer दे जेडे टीवी दे एडवर्टाइज की जा रही है। it had the fastest processor and high storage। next, what offer did the parents give to the narrator, parents and narrator ਨੂੰ ਕੀ gift ਦੇਣ ਦੀ offer ਦਿੱਤੀ, they would give her money if she would do house chores। next, which two things did the narrator do to complete the
chores. The narrator woke up early and walked tirelessly every day. ਜਿਹੜੇ ਸਟੂਡੈਂਟ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਅਸੀਂ ਬੋਰਡ ਦੇ ਐਗਜ਼ਾਮ ਦੇ ਰਿਲੇਟਡ ਪੰਜਾਬ ਦੇ ਵਿੱਚ ਫਸਟ ਚੈਨਲ ਹੈ ਜਿਹੜਾ ਤੁਹਾਡਾ ਲਾਈਵ ਹੋ ਕੇ ਵੀ ਰੋਜ਼ ਤਿਆਰੀ ਕਰਵਾ ਰਿਹਾ ਉਹ ਡੇਲੀ 7 to 8 PM ਲਾਈਵ ਕਲਾਸ ਲਗਾਈ ਜਾਂਦੀ ਆ ਤੁਹਾਡੇ ਹਰੇਕ ਫੈਕਟ ਦੇ ਅਕੋਰਡਿੰਗ। ਜਿਸ ਤਰ੍ਹਾਂ ਤੁਹਾਡੇ ਐਗਜ਼ਾਮ ਜਿਸ ਸਬਜੈਕਟ ਦੇ ਆਉਂਦੇ ਰਹਿਣਗੇ ਉਸੇ ਅਕੋਰਡਿੰਗ ਜਿਹੜੀ ਆ ਹਰ ਰੋਜ਼ ਜਿਹੜੀ ਲਾਈਵ ਕਲਾਸ ਜਿਹੜੀ ਉਹ ਇਸੇ ਚੈਨਲ ਤੇ ਲਗਾਈ ਜਾ ਰਹੀ ਹੈ, ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ। ਨੈਕਸਟ ਕੁਐਸਚਨ ਆਪਣੇ ਕੋਲ, ਵਾਈ ਡਿਡ ਦਾ ਬੈਲ EMPLOYE ਐਡਵਾਈਜ਼ ਦਾ ਨਰੇਟਰ ਟੂ ਵੇਟ ਫॉर ਅ few more days? So answer ਹੈ ਜੀ ਇਸਦਾ, the bell employee advised the narrator to wait because a new and better computer would come into the market, ਕਿਉਂਕਿ ਜਿਹੜਾ ਮਾਰਕੀਟ ਦੇ ਵਿੱਚ ਨਵਾਂ ਕੰਪਿਊਟਰ ਆਉਣ ਵਾਲਾ ਸੀ। ਨੈਕਸਟ, what was the cruel announcement made by the despotic leader? ਕਿਹੜੀ cruel announcement ਕੀਤੀ ਸੀ ਉਸਨੇ? Put all the aged pupil to death. Next, what did the mother drop along the day? She dropped small branches along the day. Next, what was the advice given by the farmer's mother for the safe return of her son? She advised him to follow the path where he saw the dropped twigs. Twigs means ਕੀ ਹੁੰਦਾ? ਟਹਿਣੀਆਂ। Next, where did the farmer hide his mother? He hid his mother in a cabin beneath their kitchen. When and where was Ravidas born? Ravidas ਦਾ ਜਨਮ ਕਦੋਂ ਹੋਇਆ? He was born in 1377 in Banaras. Next, what was Ravidas in search of and why? He was in search of some spiritual teacher who could show him the right path. ਉਹ ਇੱਕ spiritual teacher ਲੱਭਣ ਲਈ ਗਏ ਸਨ ਜਿਹੜਾ ਉਹਨਾਂ ਨੂੰ ਸਹੀ ਰਸਤਾ ਦਿਖਾ ਸਕੇ। When did Swami Ramanand ask Ravidas to go back home? When Swami Ramanand was satisfied with the learning of Ravidas, he asked him to go back home. What were the main points of Sant Ravidas teachings? Main point ਕੀ ਸੀਗੇ Sant Ravidas ਦੀ teaching ਦੇ? All are equal, all distinctions are meaningless, untouchability is a sin. sin ਦਾ ਮਤਲਬ ਹੁੰਦਾ ਹੈ ਪਾਪ, ਛੂਤ-ਛਾਤ ਇੱਕ ਪਾਪ ਹੈ। ਨੈਕਸਟ ਆਪਣੇ ਕੋਲ, why did the farmer summon his sons? The farmer summoned his sons to divide his property among them. Next, what did Harry ask for? He asked for a big house and 10 cows. Next, why did the sage snatch away the gifts from Harry and Raman? The sage snatched away the gift from Harry and Raman because they did not help the poor and the needy. Next ਆਪਣੇ ਕੋਲ, what do you learn from the story The Old Sage and Brothers? The story teaches us to help the poor and needy. We should always keep our promise. Next, what is special about Bhangra? Bhangra is the folk dance of Punjab and full of energy. It shows the great zest of the Punjabis. Next, which states have benefited from the Bhangra Nangal project? The state of Himachal Pradesh, Punjab, Haryana, Rajasthan and Gujarat have benefited from the Bhangra Nangal project. Next, what are Jalandhar and Ludhiana famous for? Jalandhar is famous of the manufacturing of sports good. Jalandhar ਜਿਹੜਾ ਉਹ ਖੇਡਾਂ ਦਾ ਸਮਾਨ ਬਣਾਉਣ ਦੇ ਲਈ ਫੇਮਸ ਹੈ and Ludhiana is known for the woolen hosiery goods. ਕੱਪੜਿਆਂ ਦਾ ਸਮਾਨ ਬਣਾਉਣ ਦੇ ਲਈ ਲੁਧਿਆਣਾ ਫੇਮਸ ਹੈ। Who compiled ਸ਼੍ਰੀ ਗੁਰੂ ਗ੍ਰੰਥ ਸਾਹਿਬ? ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕਿਸਨੇ ਕੀਤਾ? ਗੁਰੂ ਅਰਜਨ ਦੇਵ ਜੀ, 5th Guru of the 6th, compiled the holy ਸ਼੍ਰੀ ਗੁਰੂ ਗ੍ਰੰਥ ਸਾਹਿਬ। Next, what was the owner charging for healthy puppies? Healthy puppies ਦੇ ਲਈ owner ਨੇ ਕੀ ਚਾਰਜ ਕੀਤੇ? $30 to $50. Next, which puppy was chosen by the little boy and why? The boy chose the lame puppy as he himself was lame, क्योंकि वो आप भी लंगड़ा सी। He could empathize with its condition. उसनु उसदी condition देख के दया आ गई। Empathize means दया। Next, why did the shop owner agree to give the puppy for free? The shop owner felt that he should not put a price on love, so he agreed to give the puppy for free. Next, what does she read on the internet? She reads about cars and their mechanism on the internet. Who did they meet at the end of the road? They met the 2 traffic policemen at the end of the road. Next, how did the police counsel Seema and Bhavya? They counseled them on the consequence of driving a car. The police showed them the pictures of some accidents and advised them never to repeat it. Next ਆਪਣੇ ਕੋਲ ਇੰਪੋਰਟੈਂਟ ਕੁਐਸਚਨ ਮਾਰਕੋ ਪੋਲੋ ਦੇ। ਇਹਨਾਂ ਵਿੱਚੋਂ ਕੁਐਸਚਨ ਹਮੇਸ਼ਾ ਆਉਂਦਾ ਹੀ ਆਉਂਦਾ ਹੈ। ਫਸਟ ਕੁਐਸਚਨ ਆਪਾਂ ਇਹਦੇ ਵਿੱਚ, who was Marco Polo? ਮਾਰਕੋ ਪੋਲੋ ਕੌਣ ਸੀ? He was a merchant and an adventurer.
Next, who accompanied Marco Polo during his visit? His father Niccolo and his uncle accompanied him. Which feature of the Chinese cities impressed Marco Polo? The wealth and luxury of the Chinese cities impressed him. Next, after how many years did Marco Polo return to Venice? He returned to Venice after 24 years. Next, name the book that contains a detailed story about Marco's journey. बुक का नाम की सीगा द ट्रैवल ऑफ मार्को पोलो। नेक्स्ट पोएम ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਨੇ ਆਪਣੇ ਕੋਲ। ਫਸਟ ਕੁਐਸਚਨ ਇਹਦੇ ਵਿੱਚ who is you in the first line? You is every human being on the earth. Next, but it is not very clever. What according to the poet is not very clever? According to poet, single use plastic is not very clever. Next, what happens to the single use plastic after it is thrown? Where does it end up? It travels around, it ends up in ocean, rivers, seas and trees. Next, what does the poet want you to cut down? The poet wants us to cut down the usage of single-use plastic. Next, what is the poem about? The poem is about determination and willpower. One should never quit. Next, what does the poet mean by twist and turns? The twist and turns are the complicated changes in the course of life. Next, what does another blow mean? Another blow is another attempt. We may succeed with another blow when there is a remote possibility of success. Next, what is the condition of the book? The books are old, worn and torn. Next, what do you understand by the phrase timeless tales? The phrase timeless tales stand for the permanent and everlasting stories. Next, who according to the poet will always be the lucky ones? Those who love books will always be the lucky ones. Next, who are being referred to as defender of border? The soldier are being referred to as defender of border. Next, what kind of weather condition do the soldiers have to face? They face scorching summers and snowy winter. They face windy and rainy season also. Next, what do these great sons sacrifice for the nation? They sacrifice the prime of their youth. They sacrifice their lives. Next ਸਾਡੇ ਕੋਲ ਆਏਗਾ poem stanza, ਜਿਸਨੂੰ ਅਸੀਂ ਪੜ੍ਹ ਕੇ question answer ਦੇਣੇ ਆ। First ਆ ਸਾਡੇ ਕੋਲ what does the earth want? Answer is the earth wants a human being to change their ways. So that is the line, to change your ways. Next, who should change his ways on the earth? Man should change his ways on the earth. Next, what difference can we make to save the earth? We can check pollution and change ways causing pollution. Next, the name of the poem The Earth Needs You. The name of the poet is. Next question है जी, name the poem and the poet. Poem ਦਾ ਨਾਮ ਕੀ ਹੈ? The Earth Needs You. ਐਂਡ ਪੋਇਟ ਦਾ ਨਾਮ ਕੀ ਹੈ? ਐਨੋਨੀਮਾਊਸ। ਦੇਖੋ ਪੋਇਮ ਦਾ ਜਿਹੜਾ ਨੇਮ ਹੈ ਹਮੇਸ਼ਾ ਪੁੱਛ ਲਿਆ ਜਾਂਦਾ, ਇਸ ਕਰਕੇ ਤੁਸੀਂ ਜਿਹੜੇ ਪੋਇਮ ਦੇ ਨਾਰਮਲ ਜਿਹੇ ਸਟੈਂਜੇ ਆ ਉਹ ਇੱਕ ਵਾਰੀ ਨਿਗਾਹ ਮਾਰ ਜਾਓ ਐਂਡ ਆਪਣੀ ਕਾਪੀ ਤੇ ਨੋਟ ਕਰ ਲਓ ਇਸ ਤਰ੍ਹਾਂ poem and poet। ਇਸ ਤਰੀਕੇ ਨਾਲ ਉੱਥੇ ਪੋਇਮ ਦੇ ਨਾਮ ਲਿਖ ਲਓ ਇਸ ਸਾਈਡ, ਔਰ ਇਸ ਤਰ੍ਹਾਂ ਤੁਸੀਂ ਇੱਥੇ ਪੋਇਟ ਦੇ ਨਾਮ ਲਿਖ ਲਓ। ਉਹ 2-3 ਵਾਰ ਪੜ੍ਹ ਕੇ ਤੁਹਾਨੂੰ ਇਹ ਯਾਦ ਹੋ ਜਾਣਗੇ। ਨੈਕਸਟ ਆਪਣੇ ਕੋਲ ਲਾਈਫ ਇਜ਼ ਕੁਈਰ। ਫਸਟ ਕੁਐਸਚਨ ਆ ਦੇ ਵਿੱਚ what is life full of? Life is full of twists and turns. Second, what does everyone of us sometimes learn? Everyone of us thinks that life is a strange affair. He has no encounter expected unfavorable situation at some stage of life. Find the synonym of strange from the stanza. Strange ਦਾ synonym ਕੀ ਹੈ? queer। फर्स्ट ही लाइन में जरा दिखा लाइफ इज queer। queer ਦਾ मतलब ਕੀ ਹੁੰਦਾ ਹੈ? ਅਜੀਬ। the name of the poem is। poem ਦਾ ਨਾਮ ਕੀ ਹੈ? don't quit। and poet ਦਾ ਨਾਮ ਕੀ ਹੈ? Azure a guest। next ਆਪਣੇ ਕੋਲ the old and born their binding torn। first question ਇਹਦੇ ਵਿੱਚ name the poem and the poet। ਦੇਖੋ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ poem and poet ਦਾ ਨਾਮ ਹਮੇਸ਼ਾ ਪੁੱਛਿਆ ਜਾਊਗਾ ਤੁਹਾਨੂੰ ਉੱਥੇ। the name of the poem is we who love books and the name of the poet is Ruskin Bond। next question, why does the poet not want to part with some books? the poet does not want to part with his books because he loves them and wants to read them again and again। next, where does he keep his books?
ਆਪਣੀ ਬੁੱਕਸ ਕਿੱਥੇ ਰੱਖਦਾ ਸੀ ਉਹ? He keeps them in his books shelves, upon my shelves. Next, what is the condition of the books? Books ਦੀ condition ਕੀ ਸੀ? The books are old and worn and their binding are torn. First line ਜਿਹਦਾ ਆਨਸਰ ਦਿੱਤਾ ਹੈ, the old and worn, their binding torn. Next ਆਏ ਤੇ ਸਾਡੇ ਕੋਲ filling the blanks. The dash of her on computer made her unhappy. Limitations. The parents offered her to do house chores. The narrator realized how dash changes technology. She ended up investing it in a dash account, saving count. Dash plastic lasts almost forever. Single use. Earth want us to change our dash ways. The wind sometimes carries single use plastic and it dash in trees. Tangles. The despotic leader had a great dislike for foiling. Health. The order by the despot filled the poor farmer's heart with sorrow. The despot ordered that people should present him with a rope of ash. The son hid his old mother beneath the dash floor. Kitchen. What was realized by the governor in the end? Old age meant experience of life. Whenever morality shows signs of dash, some saints appears on the scene. Decay. Banaras is the holy city of the Hindus. Saint Ravidas was only interested in matters related to spirit. The she-deer and her young ones were a painful picture of misery. Life is dash with its twists and turns. Queer. Don't give up when the pace seems slow. He learned too late that he was very close to success. The moral of the poem Don't Quit is that we should face the difficulties of life. The sage gave a piece of dash to Raman stick. The old farmer had 3 dash sons. Lazy. Punjab is the dash of India. Granary. The golden temple has a dash around it. Tank. The little boy chose the dash puppy. Limping. He did not want to lower the dash of the lame puppy. Value. Seema read about cars and their mechanism on the internet. Road rules and the traffic signals are the dash of the road user. Safety. Marco Polo set out on his first voyage at the age of 17. He visited the holy city of Jerusalem. Marco Polo was released from the prison in 1299. Marco Polo lived in China for many years and learned to speak the dash language. Local. Next ਸਾਡੇ ਕੋਲ vocabulary part ਆ ਜਾਂਦਾ, ਇਸ ਦੇ ਵਿੱਚ antonium. Antonium ਦੇ ਵਿੱਚ ਕੀ ਹੈ? ਪਹਿਲਾ ਨੰਬਰ ਤੇ accept. accept ਦਾ ਕੀ ਹੋ ਜਾਏਗਾ? decline. before, after. appear, disappear. blunt, sharp. kind, cruel. order, request. choose the correct prefix. prefix ਕੀ ਹੁੰਦਾ? word ਤਾਂ ਤੁਸੀਂ ਪਹਿਲਾਂ ਲਗਾਉਣਾ ਹੈ। happy ਦੇ ਅੱਗੇ ਅਸੀਂ ਕੀ ਲਾ ਸਕਦੇ ਹਾਂ? happy ਦੇ ਅੱਗੇ ਲਾਵਾਂਗੇ ਅਸੀਂ unhappy. un. read, misread. honest, dishonest. correct, incorrect. possible, impossible. paid, prepaid. next ਆਪਣੇ ਕੋਲ fix ਜਿਹੜਾ ਅਸੀਂ word ਤੋਂ ਬਾਅਦ ਵਿੱਚ ਲਗਾਉਂਦੇ ਆ। place, placement ਬਣ ਜਾਏਗਾ ਪਿੱਛੇ ਲਗਾ ਕੇ। port, porter. act, actor. correct ਦੇ ਵਿੱਚ ਲਾ ਦਾਂਗੇ ion, correction. lawyer, loyalty. electric, electrician. next ਆ ਸਾਡੇ ਕੋਲ one word of many. a book of available in a library. catalog. a person who eats too much. glutton. a woman whose husband is dead. widow. something that can be heard. audible. a game in which no one wins. draw. a person who can speak many languages. ਜਿਹੜਾ ਬਹੁਤ ਜ਼ਿਆਦਾ language ਬੋਲਦਾ ਉਹਨੂੰ ਕੀ ਕਹਿੰਦੇ ਆ? polyglot. next ਸਾਡੇ ਕੋਲ ਆ ਜਾਣਗੇ idioms. idioms ਹੁੰਦਾ ਮੁਹਾਵਰੇ। add insult to injury. to worsen an unfavorable situation. injury ਦਾ ਮਤਲਬ ਕੀ ਹੁੰਦਾ? ਕਿ ਕੋਈ ਜ਼ਖਮ ਹੋ ਜਾਣਾ, ਸੋ ਇਸ ਕਰਕੇ ਇੱਥੇ ਦਾ ਬਣ ਗਿਆ unfavorable situation. next ਆ ਸਾਡੇ ਕੋਲ ਦਾ blessing. blessing in disguise. disguise ਦਾ ਮੀਨ ਹੁੰਦਾ ਕੁਝ ਛੁਪਾਣਾ, ਸੋ ਇਸ ਦਾ ਬਣ ਜਾਏਗਾ ਸਾਡੇ ਕੋਲ something good that's not recognized at first. ਕੋਈ ਚੀਜ਼ ਚੰਗੀ ਆ ਪਰ ਅਸੀਂ ਉਸਨੂੰ recognize ਨਹੀਂ ਕਰਨਾ ਚਾਹੁੰਦੇ, ਪਹਿਲਾਂ ਦੱਸਣਾ ਨਹੀਂ ਚਾਹੁੰਦੇ. next, the ball is in your court. ਇਹਦਾ ਬਣ ਜਾਏਗਾ ਸਾਡੇ ਕੋਲ it is up to you to take the next step. beat around the bush, avoiding the main topic. once in a blue moon. happens very rare. cry over spilt milk when you complain about a loss from the past. next time is called true false. the shop owner wanted to sell kittens. false. the shop owner wanted to sell puppies. true. the narrator wanted to buy a laptop. false. the narrator did many house chores to earn money. true. shining was a province in China.
false. A farmer decided to leave his old mother on the top of mountain. True. The farmer made a rope of ash the way his mother advised. True. Sant Ravidas was a son of weaver. False. Sant Ravidas preached untouchability. उन्होंने छूत-छात का प्रचार किया. False है जी. Sant Ravidas word of wisdom had changed the hunter's mind. Sant Ravidas दे words ने hunter दे mind ਨੂੰ change ਕਰ ਦਿੱਤਾ ਸੀ. True. A rich farmer had 3 active sons. False. The 3 brothers sat down under a guava tree. False. Raman was granted a beautiful house and a poultry farm. True. Punjab is a land of great freedom fighters. True. Mr. Harlot took his student on a trip to Amritsar. False. The state of Punjab was recognized on the basis of Punjabi and Hindi language. True. Guru Gobind Singh Ji founded Khalsa in 1699. True. One of the puppies was blind. False. The boy had enough money to buy a puppy. False. Seema and Bhavya planned to go to Sector 17. True. Bhavya had a driving license. False. Seema and Bhavya realized their mistake. True. Marco Polo was an adventure. True. Marco Polo was born in 1256. False. Marco Polo was released from prison in 1299. True. The travels of Marco Polo contains detailed stories of Marco Polo's life. True. Single-use plastic is good for environment. False. Books are our best friends. True. We should quit if we find the work difficult. False. Soldiers protect us from enemies. True. Next ਆਪਣੇ ਕੋ grammar ਦੇ ਵਿੱਚ tell the type of given sentence. Leave this place. ਇਸ ਨੂੰ ਤੁਸੀਂ ਦੱਸਣਾ ਕਿ ਕਿਹੜਾ sentence ਹੈ. Affirmative ਹੈ, interrogative ਹੈ, imperative ਹੈ, exclamatory ਹੈ. ਤਾਂ ਤੁਹਾਨੂੰ ਮੈਂ ਇੱਥੇ ਥੋੜਾ ਜਿਹਾ sentences ਬਾਰੇ ਦੱਸ ਦਿੰਦਾ. ਦੇਖੋ ਸਾਡੇ ਕੋਲ 4 ਤਰ੍ਹਾਂ ਦੇ sentence ਹੁੰਦੇ ਆ. ਨੰਬਰ 1 ਤੇ ਆ ਜੀ ਡਿਕਲੇਰੇਟਿਵ ਸੈਂਟੈਂਸ, ਫਿਰ ਐਕਸਕਲਾਮੇਟਰੀ, ਫਿਰ ਇੰਪੈਰੇਟਿਵ ਐਂਡ ਇੰਟਰੋਗੇਟਿਵ. ਜੇ ਤੁਸੀਂ ਇਸ ਨੂੰ ਥੋੜਾ ਜਿਹਾ ਸਮਝ ਲਿਆ ਤਾਂ ਤੁਸੀਂ ਐਗਜ਼ਾਮ ਦੇ ਵਿੱਚ ਤੁਹਾਨੂੰ ਕੋਈ ਵੀ ਆ ਜਾਏ ਫਿਰ ਤੁਸੀਂ ਇਸ ਦਾ ਈਜ਼ੀਲੀ ਆਨਸਰ ਦੇ ਸਕਦੇ ਹੋ. ਦੇਖੋ ਨੰਬਰ 1 ਤੇ ਆਪਣੇ ਕੋਲ ਡਿਕਲੇਰੇਟਿਵ ਸੈਂਟੈਂਸ ਕਿਹੜੇ ਹੁੰਦੇ ਆ? ਇਟ ਇਜ਼ ਅ ਸੈਂਟੈਂਸ ਵਿਚ ਸਿੰਪਲੀ ਅਫਰਮ ਔਰ ਡਿਨਾਈਜ਼ ਸਮਥਿੰਗ. ਇਟ ਇਜ਼ ਅ ਸਟੇਟਮੈਂਟ. ਕਹਿੰਦੇ ਇੱਕ ਸਟੇਟਮੈਂਟ ਹੁੰਦੀ ਹੈ ਜਿਹੜੀ ਸਿੰਪਲੀ ਤੁਸੀਂ ਇਹ ਡਿਕਲੇਅਰ ਕਰ ਦਿੱਤੀ ਵੀ ਅਸੀਂ ਇਹ ਕੰਮ ਕਰਨਾ ਹੈ ਤੇ ਇਹ ਕੰਮ नहीं करना. जितना तो एग्जांपल देती है, देखो दिस इज एन अनयूजुअल स्टोरी, भी एक बेकार स्टोरी है. ठीक है जी. माय फादर विल शो अस अ फिल्म टुमारो. साडे फादर जेडे ने वो कल नूं फिल्म दिखाउणगे. ये की हो गया? एक अफर्मेटिव हो गया कि एक डिक्लेयर कर दिता इस गल नूं कि मतलब कि कल नूं जिहड़ी फिल्म दिखाई जावेगी. इहदा नोट दे विच एग्जांपल आ जांदी है, वी आर नॉट वैल्थी मैन. असी वैल्थी मैन नहीं हाँ. ठीक है जी. ये की हो गया? डिक्लेयर कर दिता अपने आप ਨੂੰ. ਨੈਕਸਟ ਹੈ ਜੀ ਆਪਣੇ ਕੋਲ ਐਨ ਐਕਸਕਲੇਮੇਟਰੀ ਸੈਂਟੈਂਸ. ਇਹ ਕਿਹੜੇ ਹੁੰਦੇ ਆ ਜੀ? ਇਜ਼ ਅ ਸੈਂਟੈਂਸ ਦੈਟ ਐਕਸਪ੍ਰੈਸ ਗ੍ਰੇਟ ਇਮੋਸ਼ਨ ਸੱਚ ਐਜ਼ ਐਕਸਾਈਟਮੈਂਟ. ਜਿਨ੍ਹਾਂ ਸੈਂਟੈਂਸਸ ਦੇ ਨਾਲ ਅਸੀਂ ਆਪਣੇ ਇਮੋਸ਼ਨ ਜਿਹੜੇ ਆ ਉਹ ਐਕਸਪ੍ਰੈਸ ਕਰ ਸਕੀਏ ਉਹ ਕਿਹੜੇ ਹੁੰਦੇ ਆ? ਐਕਸਕਲੇਮੇਟਰੀ ਸੈਂਟੈਂਸ. ਜਿਵੇਂ ਸਰਪ੍ਰਾਈਜ਼ ਹੋ ਗਿਆ, ਹੈਪੀਨੈਸ ਹੋ ਗਿਆ, ਐਂਗਰ ਹੋ ਗਿਆ and ends with an explanation point. ਉਹ ਕਿਹੜੇ ਹੁੰਦੇ ਆ ਜੀ? ਐਕਸਕਲੇਮੇਟਰੀ ਸੈਂਟੈਂਸ. ਨੈਕਸਟ ਹੈ ਜੀ ਆਪਣੇ ਕੋਲ ਇੰਪੈਰੇਟਿਵ ਸੈਂਟੈਂਸ. ਇੰਪੈਰੇਟਿਵ ਸੈਂਟੈਂਸ ਕਿਹੜੇ ਹੁੰਦੇ ਆ? ਦੋ ਸੈਂਟੈਂਸਸ ਵਿੱਚ ਐਕਸਪ੍ਰੈਸ ਐਨ ਆਰਡਰ. ਕਹਿੰਦੇ ਜਿਹੜੇ ਐਕਸਪ੍ਰੈਸ ਕਰਦੇ ਨੇ ਐਨ ਆਰਡਰ, ਕਮਾਂਡ, ਰਿਕੁਐਸਟ ਐਂਡ ਇਨਸਟਰਕਸ਼ਨ ਟੂ ਸਮਵਨ. ਕਹਿੰਦੇ ਕਿਸੇ ਨੂੰ ਆਰਡਰ ਦੇ ਰਹੇ ਨੇ, ਕਮਾਂਡ ਦੇ ਰਹੇ ਨੇ, ਰਿਕੁਐਸਟ ਦੇ ਰਹੇ ਨੇ ਐਂਡ ਇਨਸਟਰਕਸ਼ਨ ਦੇ ਰਹੇ ਨੇ. ਉਹ ਕਿਹੜੇ ਹੁੰਦੇ ਆ ਜੀ? ਇੰਪੈਰੇਟਿਵ ਸੈਂਟੈਂਸ ਹੁੰਦੇ ਆ. ਜਿਵੇਂ ਐਗਜ਼ਾਮਪਲ ਦੇ ਤੌਰ ਤੇ ਦੇਖ ਲਓ, ਪਲੀਜ਼ ਕਲੋਜ਼ ਦਾ ਡੋਰ. ਇੱਥੇ ਪਲੀਜ਼ ਆ ਗਿਆ, ਦੇਖੋ ਤਾਂ ਕੀ ਹੋ ਗਿਆ? ਇਹ ਬੇਨਤੀ ਕੀਤੀ ਜਾ ਰਹੀ ਹੈ, ਰਿਕੁਐਸਟ ਕੀਤੀ ਜਾ ਰਹੀ ਹੈ ਤੇ ਕੀ ਹੋ ਗਿਆ? ਫਿਰ ਇੰਪੈਰੇਟਿਵ ਸੈਂਟੈਂਸ ਹੋ ਗਏ. ਜਿਵੇਂ ਹੈਗਾ ਪਲੀਜ਼ ਹੈਲਪ ਮੀ, ਇੰਪੈਰੇਟਿਵ ਸੈਂਟੈਂਸ ਹੋ ਗਿਆ. ਡੂ ਯੂਅਰ ਵਰਕ, ਆਪਣਾ ਕੰਮ ਕਰੋ. ਇਹ ਕੀ ਹੈ? ਕਮਾਂਡ ਦਿੱਤੀ ਜਾ ਰਹੀ ਹੈ. ਠੀਕ ਹੈ ਜੀ. ਸੋ ਇਸ ਤਰੀਕੇ ਦੇ ਸੈਂਟੈਂਸ ਨੂੰ ਅਸੀਂ ਇੰਪੈਰੇਟਿਵ ਸੈਂਟੈਂਸ ਕਹਿ ਦਿੰਦੇ ਹਾਂ. ਨੈਕਸਟ ਲਾਸਟ ਦੇ ਵਿੱਚ ਆਪਣੇ ਕੋਲ ਇੰਟਰੋਗੇਟਿਵ ਸੈਂਟੈਂਸ. ਇੰਟਰੋਗੇਟਿਵ ਕਿਹੜੇ ਹੁੰਦੇ ਆ? ਕੰਟੇਨਸ ਅ ਡਾਇਰੈਕਟ ਕੁਐਸਚਨ. ਕਹਿੰਦੇ ਜਿੱਥੇ ਕੁਐਸਚਨ ਪੁੱਛਿਆ ਗਿਆ ਹੋਵੇ ਐਂਡ ਇੰਟਰੋਗੇਸ਼ਨ ਮਾਰਕ ਇਜ਼ ਪੁੱਟ ਐਟ ਐਨ ਐਂਡ ਆਫ ਸੈਂਟੈਂਸ. ਤੇ ਇੰਟਰੋਗੇਸ਼ਨ ਮਾਰਕਸ ਜਿਹੜਾ ਉਹ ਲਗਾਇਆ ਗਿਆ ਹੋਵੇ. ਜਿਸ ਤਰ੍ਹਾਂ ਇਹ ਕੁਐਸਚਨ ਦਾ ਮਾਰਕਸ ਲਗਾਇਆ ਗਿਆ, ਵਟ ਇਜ਼ ਯੂਅਰ ਨੇਮ, ਪਿੱਛੇ ਕੁਐਸਚਨ ਦਾ ਮਾਰਕ ਲਗਾਇਆ ਗਿਆ. ਠੀਕ ਹੈ ਜੀ. ਇਹ ਕਿਹੜਾ ਹੁੰਦਾ? ਇੰਟਰੋਗੇਟਿਵ ਸੈਂਟੈਂਸ ਹੁੰਦਾ. ਸੋ ਇਹਦਾ ਆਨਸਰ ਕੀ ਹੋਏਗਾ ਜੀ? ਇੱਥੇ ਕੀ ਦਿੱਤਾ ਜਾ ਰਿਹਾ? ਕਮਾਂਡ ਦਿੱਤੀ ਜਾ ਰਹੀ ਹੈ. ਸੋ ਆਨਸਰ ਹੋ ਜਾਏਗਾ ਇਸਦਾ ਇੰਪੈਰੇਟਿਵ. ਨੈਕਸਟ ਆਪਣੇ ਕੋਲ ਚੇਂਜ ਦਾ ਬਿਲੋ ਸੈਂਟੈਂਸ ਇਨਟੂ ਇੰਟਰੋਗੇਟਿਵ ਸੈਂਟੈਂਸ. ਇੰਟਰੋਗੇਟਿਵ ਮੀਨਸ ਕੀ ਆ? ਕੁਐਸਚਨ ਮਾਰਕ ਵਾਲਾ ਸੈਂਟੈਂਸ ਬਣਾਉਣਾ ਹੈ. ਹੀ ਮੇ ਹੈਲਪ ਯੂ. ਤਾਂ ਅਸੀਂ ਕੀ ਕਰਾਂਗੇ? ਮੇ ਪਹਿਲਾਂ ਲਗਾ ਦਾਂਗੇ, ਮੇ ਹੀ ਹੈਲਪ ਯੂ. ਨੈਕਸਟ ਚੇਂਜ ਦਾ ਬਿਲੋ ਸੈਂਟੈਂਸ ਇਨਟੂ ਐਸਰਟਿਵ ਸੈਂਟੈਂਸ. ਕੁਐਸਚਨ ਆ ਸਾਡੇ ਕੋਲ, ਹਾਊ ਸਟਿਫ ਦਾ ਪੇਪਰ ਇਜ਼. ਹੁਣ ਪੇਪਰ ਕੀ ਸੀਗਾ? ਬਹੁਤ ਜ਼ਿਆਦਾ ਸਟਿਫ ਸੀ. ਸਟਿਫ ਕੀ ਹੁੰਦਾ? ਕਠੋਰ ਸੀ. ਐਸਰਟਿਵ ਸੈਂਟੈਂਸ ਕੀ ਬਣਾਵਾਂਗੇ?
ਦ ਪੇਪਰ ਇਜ਼ ਸਟਿਫ। ਪੇਪਰ ਜਿਹੜਾ ਬਹੁਤ ਜ਼ਿਆਦਾ ਸਟਿਫ ਸੀ ਜਾਂ ਕਠੋਰ ਸੀ। ਗ੍ਰਾਮਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਤੁਹਾਡੇ ਇੰਗਲਿਸ਼ ਦੀ ਲਾਈਵ ਵੀਡੀਓ ਅੱਜ ਸ਼ਾਮ ਨੂੰ ਈਵਨਿੰਗ 7 ਤੋਂ 8 ਲਗਾਈ ਜਾਏਗੀ। ਉਹਦੇ ਵਿੱਚ ਤੁਹਾਡੇ ਗ੍ਰਾਮਰ ਰਿਲੇਟਡ ਨੇ ਕਾਫੀ ਕੁਐਸਚਨ ਜਿਹੜੇ ਉਹਦੇ ਵਿੱਚ ਕਲੀਅਰ ਕਰ ਦਿੱਤੇ ਜਾਣਗੇ। ਸੋ ਜਿਹੜੇ ਵੀ ਸਟੂਡੈਂਟ ਮੇਰੇ ਵੀਡੀਓ ਦੇਖ ਰਹੇ ਨੇ ਉਹ ਅੱਜ ਦੀ ਜਿਹੜੀ ਇੰਪੋਰਟੈਂਟ ਵੀਡੀਓ ਸ਼ਾਮ ਨੂੰ ਜਿਹੜੀ ਤੁਹਾਡੀ ਹੋਣ ਵਾਲੀ ਆ ਇੰਗਲਿਸ਼ ਦੀ ਉਹ ਜਰੂਰ ਅਟੈਂਡ ਕਰ ਲੈਣ। ਨੈਕਸਟ ਆਪਣੇ ਕੋਲ ਵਾਟ ਇਜ਼ ਦਾ ਪਾਰਟ ਆਫ ਸਪੀਚ ਆਫ ਦਾ ਵਰਡ ਆਲਦੋ। ਆਲਦੋ ਦਾ ਮਤਲਬ ਕੀ ਹੁੰਦਾ ਹੈ? ਹਾਲਾਂਕਿ। ਇੱਕ ਕੀ ਵਰਡ ਹੈ? ਐਡਜੈਕਟਿਵ ਹੈ, ਕੰਜੰਕਸ਼ਨ ਹੈ, ਪ੍ਰੈਪੋਜੀਸ਼ਨ ਹੈ, ਇੰਟਰਜੈਕਸ਼ਨ ਹੈ। ਦੈਟ ਇਜ਼ ਅ ਕੰਜੰਕਸ਼ਨ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਲੈਂਦੇ ਆ ਆਲਦੋ ਹੀ ਇਜ਼ ਅ ਰਿਚ। ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਹੈ। ਹੀ ਹੈਜ਼ ਨੋ ਗਰਲਫ੍ਰੈਂਡ। ਪਰ ਫਿਰ ਵੀ ਉਸ ਕੋਲ ਕੋਈ ਗਰਲਫ੍ਰੈਂਡ ਨਹੀਂ ਹੈ। ਫਾਈਂਡ ਆਊਟ ਦਾ ਵਰਬ ਫਰੋਮ ਦਾ ਗਿਵਨ ਸੈਂਟੈਂਸ। ਵਰਬ ਦੇਖਣੀ ਹੈ ਤੁਸੀਂ ਇਹਦੇ ਵਿੱਚੋਂ। ਸਿੰਪਲ ਆਨਸਰ ਕੀ ਹੈ ਜੀ? ਇਜ਼। ਕਿਉਂਕਿ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਜ਼, ਐਮ, ਆਰ, was, were, ਇਹ ਸਾਰਾ ਕੀ ਹੈ? ਹੈਲਪਿੰਗ ਵਰਬਸ ਨੇ। ਨੈਕਸਟ ਕੀ ਹੈ? I borrowed dash books from him। ਇਹ 'ਚ ਕੀ ਲਿਖਣਾ ਸੀ? ਡਿਟਰਮਾਈਨਰ ਦੇਖਣਾ। that is answer is some। ਡਿਟਰਮਾਈਨਰ ਕੀ ਹੁੰਦਾ? ਜਿਹੜਾ ਨਾਉਨ ਨੂੰ ਕਲੈਰੀਫਾਈ ਕਰ ਦੇਵੇ ਉਹ ਕੀ ਹੁੰਦਾ? ਡਿਟਰਮਾਈਨਰ। ਐਕਸਪਲੇਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਲਾਈਵ ਵੀਡੀਓ ਦੇ ਵਿੱਚ। ਕਰੈਕਟ ਦਾ ਗਿਵਨ ਸੈਂਟੈਂਸ। The iron is useful metal। ਇਸ ਸੈਂਟੈਂਸ ਨੂੰ ਕਰੈਕਟ ਕਰਨਾ ਹੈ। Iron is a useful metal। ਦਾ ਜਿਹੜਾ ਇੱਥੋਂ ਕੱਟਿਆ ਜਾਏਗਾ। ਨੈਕਸਟ ਆਪਣੇ ਕੋਲ find out the main verb from the given sentence। ਮੇਨ ਵਰਬ ਦੇਖਣੀ ਆ ਤੁਸੀਂ। ਮੇਨ ਵਰਬ ਕੀ ਆ? is, am, are ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕੀ ਆ ਇਹ? ਹੈਲਪਿੰਗ ਵਰਬ। ਉਸਦੇ ਨਾਲ ਹੀ ਲੱਗੀ ਹੋਈ ਆ ਤੁਹਾਡੇ ਮੇਨ ਵਰਬ sitting। sitting is the ਮੇਨ ਵਰਬ। ਪਿੱਛੇ ing ਲੱਗਿਆ ਹੋਇਆ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਇੱਕ ਵਰਬ ਹੈ। ਨੈਕਸਟ ਬਬਲੀ ਕਲੋਜ਼ ਦਾ ਵਿੰਡੋ। ਹੁਣ ਇੱਥੇ ਸੈਂਟੈਂਸ ਦੱਸਣਾ ਕਿਹੜਾ ਇਹ? ट्रांजिटिव है, इंट्रांजिटिव है, हेल्पिंग है या मॉडल है? दैट इज अ ट्रांजिटिव सेंटेंस। ਹੁਣ ਜਿਸ ਤਰ੍ਹਾਂ ਨੈਕਸਟ ਆਪਣੇ ਕੋਲ ਇਟ ਇਜ਼ स्नोइंग। दैट इज अ इंट्रांजिटिव। करेक्ट डिग्री ਦੱਸਣੀ ਆ ऑब्जेक्टिव ਦੀ। गोल्ड इज dash than silver, more expensive। choose correct degree of adjective of the word heavy। heavier या heaviest दोनों चीजें आप लगा सकते हैं। choose correct degree adjective of the word little, less, least। filling the blank ਦੇ ਵਿੱਚ correct degree ਭਰਨੀ ਹੈ adjective ਦੀ। my table is the dash of all, biggest ਸਾਰਿਆਂ ਨਾਲੋਂ ਵੱਡਾ। ਇਹਦੇ ਵਿੱਚ ਤੁਸੀਂ choose ਕਰਨਾ ਹੈ pick out infinitive from the given sentence। ਇੱਕ ਹੁੰਦਾ ਸਾਡੇ ਕੋਲ infinitive, ਇੱਕ ਹੁੰਦਾ finite। ਦੋਨੋਂ ਬਾਰੇ ਮੈਂ ਥੋੜਾ ਦੱਸ ਦਿੰਦਾ ਕਿ finite verb ਕੀ ਹੁੰਦੇ ਆ। ਜਿਸ ਆਪਾਂ ਐਗਜ਼ਾਮਪਲ ਲੈ ਲੈਂਦੇ ਆ he want to say something। ਹੁਣ ਇਹਦੇ ਵਿੱਚ ਜੇ ਆਪਾਂ he ਨੂੰ ਆਪਾਂ ਚੇਂਜ ਕਰਕੇ ਆਪਾਂ I ਲਗਾ ਦਈਏ ਤਾਂ ਨਾਲ ਜਿਹੜੀ ਇਹਦੇ ਵਰਬ ਲੱਗੀ ਹੋਈ ਆ ਵਾਂਟ ਕੀ ਇਹ ਚੇਂਜ ਹੋ ਜਾਏਗੀ? ਬਿਲਕੁਲ ਇਹ ਚੇਂਜ ਹੋਏਗੀ। ਇੱਥੇ ਬਣ ਜਾਏਗਾ ਅੱਜ ਦੇ ਨਾਲ ਵਾਂਟ। ਸੋ ਐਸੇ ਵਰਬ ਨੂੰ ਅਸੀਂ ਕੀ ਕਹਿ ਦਿੰਦੇ ਆ? ਫਾਈਨਾਈਟ ਵਰਬ। ਜਿਹੜੀ ਆਪਣਾ ਸੈਂਟੈਂਸ ਦਾ ਆਬਜੈਕਟ ਬਦਲਣ ਦੇ ਨਾਲ ਵਰਬ ਚੇਂਜ ਹੋ ਜਾਂਦੀ ਹੈ। ਫਿਰ ਨੈਕਸਟ ਹੁੰਦਾ ਸਾਡੇ ਕੋਲ ਇਨਫਾਈਨਾਈਟ। ਇਨਫਾਈਨਾਈਟ ਦੇ ਵਿੱਚ ਐਗਜ਼ਾਮਪਲ ਕੀ ਆ? ਇਟ ਇਜ਼ ਹੈਲਦੀ ਟੂ ਲਾਫ ਐਟ ਪ੍ਰੋਬਲਮ। ਹੁਣ ਇਹਦੇ ਵਿੱਚ ਕੀ ਹੈ? ਟੂ ਲਾਫ ਜਿਹੜਾ ਜਿਸ ਨੂੰ ਅਸੀਂ ਚੇਂਜ ਕਰਕੇ ਕਿਤੇ ਵੀ ਲੈ ਜਾਈਏ ਤਾਂ ਇਸ ਸੈਂਟੈਂਸ ਦਾ ਜਿਹੜਾ ਮੀਨਿੰਗ ਤਾਂ ਇਸ ਵਰਬ ਦਾ ਜਿਹੜਾ ਮੀਨਿੰਗ ਨਹੀਂ ਬਦਲਦਾ। ਟੂ ਲਾਫ ਮੀਨਸ ਟੂ ਲਾਫ ਹੀ ਰਹੇਗਾ ਜਾ ਕੇ। ਤਾਂ ਇੱਥੇ ਵੀ ਦੇਖੋ ਕੀ ਆ ਆਪਣੇ ਕੋਲ? ਟੂ ਚੀਟ। ਟੂ ਚੀਟ ਕੀ ਹੈ? ਇਨਫਾਈਨਾਈਟ ਵਰਡ। ਨੈਕਸਟ ਆਪਣੇ ਕੋਲ ਜੀਰੰਡ। ਜੀਰੰਡ ਕੀ ਹੁੰਦਾ? ਜੀਰੰਡ ਐਸੀ ਫਾਰਮ ਹੁੰਦੀ ਆ ਜਿਹੜੀ ਨਾਉਨ ਦੇ ਰੂਪ ਦੇ ਵਿੱਚ ਕੰਮ ਕਰਦੀ ਹੈ। ਠੀਕ ਹੈ ਜੀ। ਯੂਜ਼ ਫॉर ਨਾਉਨ। तो ਇਹਦੇ ਵਿੱਚ ਕੀ ਆ? ਵੀ ਟੁਕ ਪਾਰਟ ਇਨ boating। boating is a gerund। next ਕੀ ਆਪਣੇ ਕੋਲ filling the blank using correct non finite। non finite ਮੈਂ ਤੁਹਾਨੂੰ ਉੱਪਰ ਸਮਝਾ ਕੇ ਹਟਿਆ ਸੀਗਾ he asked us। ਸੋ ਕੀ ਆ ਦੇਖੋ two working। combine the sentence using to or in plus infinitive। you are very young, you can't have a gun। ਸੋ ਇੱਥੇ ਕੀ ਲਾਵਾਂਗੇ? you are too young to have a gun। next ਆਪਣੇ ਕੋਲ correct verb all the players in my team dash done well, have done well। have has ਕਿਹਦੇ ਨਾਲ ਲੱਗਦਾ ਹੈ? ਜਦੋਂ ਪਲੂਰਲ ਹੋ ਜੇ ਫਿਰ ਕੀ ਹੁੰਦਾ ਹੈ? have ਲੱਗ ਜਾਂਦਾ ਉੱਥੇ ਨਾਲ। ਇੱਥੇ ਕੀ ਆ? all the player, that is the plural। ਇਹਦੇ ਵਿੱਚ ਵੀ verb find ਕਰਨੀ ਹੈ either you or he dash mistaken is। filling the blanks with the simple present tense from the verb given in the bracket। she always dash my birthday, remembers। s ਜਾਂ es ਲੱਗ ਜਾਂਦਾ ਹੈ simple present tense ਦੇ ਨਾਲ। next present perfect form of the verb someone dash break the window, has broken। has have ਲੱਗ ਜਾਂਦਾ ਹੈ present perfect ਦੇ ਵਿੱਚ ਜਾ ਕੇ। ਵਨੀਤਾ dash do some research in the library। ਵਨੀਤਾ is doing। ਵਨੀਤਾ रिसर्च कर रही है present continuous। present continuous ਵਿੱਚ ਕੀ ਲੱਗ ਜਾਂਦਾ ਹੈ? is, am, are and verb ਦੀ first form plus ing। next ਆਪਣੇ ਕੋਲ present perfect continuous I dash search for a house for 2 months, have been। ਇਸ ਨਾਲ ਕੀ ਲੱਗਦਾ? has been ਜਾਂ have been।
have been searching। next ਆਪਣੇ ਕੋਲ simple past tense ਦੇ ਵਿੱਚ he dash play for India last year। he played simple past ਦੇ ਵਿੱਚ ਕੀ ਆ, ਉਹ ਖੇਡ ਚੁੱਕੇ ਹਨ, verb ਦੀ third form ਖੇਡ ਚੁੱਕੇ ਹਨ। next ਆਪਣੇ ਕੋਲ with past perfect form of the verb the children dash sleep before I came home। past perfect ਦੇ ਵਿੱਚ ਬਣਾਉਣਾ ਇਸ ਨੂੰ had slept ਸੋ ਚੁੱਕੇ ਹਨ, the children ਸੋ ਚੁੱਕੇ ਨੇ। present perfect ਦੇ ਵਿੱਚ ਵੀ had ਦੇ ਨਾਲ third form use ਕੀਤੀ ਜਾਂਦੀ ਹੈ verb ਦੀ। next filling the blank with past continuous she dash cook when the telephone rang। she was cooking when the telephone rang। past continuous ਦੇ ਵਿੱਚ was verb plus verb ਦੀ first form and plus ing। next आ गया अपने को past perfect continuous form of verb we dash wait for you for 2 hours when you came। perfect ਦੇ ਵਿੱਚ ਹਮੇਸ਼ਾ ਕੀ ਲੱਗ ਜਾਂਦਾ ਹੈ, had been plus verb ਦੀ first form plus ing had been waiting, so that's right answer। simple future form next question you dash earn a lot of money। simple future ਦੇ ਵਿੱਚ ਕੀ ਲੱਗਦਾ ਹੈ, will shall, ਇੱਥੇ ਲਾਵਾਂਗੇ ਅਸੀਂ will earn। next future perfect form I dash do my work before you come। I ਦੇ ਨਾਲ ਹਮੇਸ਼ਾ ਕੀ ਲੱਗਦਾ ਹੈ, shall, so ਇਸ ਕਰਕੇ ਇੱਥੇ use ਕੀਤਾ ਗਿਆ shall future perfect ਦੇ ਵਿੱਚ have done। next ਹੈ ਜੀ ਆਪਣੇ ਕੋਲ future continuous she dash sing then she will be singing। future ਦੇ ਵਿੱਚ will shall continuous ਕਰਕੇ ਕੀ ਲੱਗ ਗਿਆ ing। fill in the blank with future perfect continuous form of the verb future perfect continuous ਦੇ ਵਿੱਚ ਕੀ ਲੱਗ ਜਾਂਦਾ ਹਮੇਸ਼ਾ will have been plus verb ਦੀ first form plus ing, that is the right answer will have been living। next ਆਪਣੇ ਕੋਲ change the voice Meera helps the poor। ਇਹਨੂੰ change ਕਰਕੇ ਕੀ ਬਣ ਜਾਏਗਾ the poor are helped by Meera। ਦੇਖੋ voice ਦੇ ਵਿੱਚ ਕੀ ਹੁੰਦਾ, ਜੋ ਤੁਹਾਡਾ sentence ਲਿਖਿਆ ਹੁੰਦਾ ਉਸ ਦਾ meaning ਉਹੀ ਰਹਿੰਦਾ। Meera helps the poor, Meera ਹੈਲਪ ਕਰਦੀ ਹੈ ਗਰੀਬਾਂ ਦੀ, the poor helped by Meera ਗਰੀਬਾਂ ਦੀ ਹੈਲਪ ਕੀਤੀ ਜਾਂਦੀ ਹੈ ਕਿਹਦੇ ਦੁਆਰਾ, ਮੀਰਾ ਦੇ ਦੁਆਰਾ। next ਆਪਣੇ ਕੋਲ ਰਾਮਾ lost his book, ਸੋ ਇਹਦਾ ਆਨਸਰ ਕੀ ਬਣ ਜਾਏਗਾ his book was lost by ਰਾਮਾ। next ਆਪਣੇ ਕੋਲ you will join the party, ਤੁਸੀਂ ਕੱਲ ਪਾਰਟੀ ਜੁਆਇਨ ਕਰੋਗੇ, the party will be joined by you। ਦੇਖੋ ਉਹਦਾ meaning ਜਿਹੜਾ ਉਹੀ ਰਿਹਾ, it is a simple voice change। ਬਹੁਤ easy grammar ਹੈ ਸਟੂਡੈਂਟ, ਕੋਈ ਜ਼ਿਆਦਾ difficult ਨਹੀਂ ਹੈਗੀ। ਥੋੜਾ ਜ਼ਿਆਦਾ ਹੋਰ ਸਮਝਣ ਦੇ ਲਈ ਤੁਸੀਂ ਮੇਰਾ ਲਾਈਵ ਸੈਸ਼ਨ ਅੱਜ ਸ਼ਾਮ ਨੂੰ ਲੱਗੇਗਾ, ਅਟੈਂਡ ਕਰ ਸਕਦੇ ਹੋ। tell the part of speech of underlined word he is a gentle person। ਇਹ ਕੀ ਹੈ, adjective ਹੈ, ਉਸਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ। person ਕਿਸ ਤਰ੍ਹਾਂ ਦਾ ਹੈ, gentle ਹੈ। next ਆਪਣੇ ਕੋਲ the part of speech of underlined word elegantly, that is a adverb। translation ਵਿੱਚ ਜਿਹੜੇ ਇੰਪੋਰਟੈਂਟ ਟੌਪਿਕ ਨੇ ਆਪਣੇ ਕੋਲ ਹੈਗੇ ਨੇ ਨੰਬਰ 1 ਤੇ। ਸਭ ਤੋਂ ਪਹਿਲਾਂ ਜੀ ਆਪਣਾ ਬਸਤਾ ਖੋਲੋ, open your bag, ਆਪਣਾ ਨਾਮ ਦੱਸੋ, tell your name, ਗੱਲਾਂ ਨਾ ਕਰੋ, do not talk, ਬੁਰੀ ਸੰਗਤ ਤੋਂ ਬਚੋ, avoid bad company, ਵੱਡਿਆਂ ਦਾ ਕਹਿਣਾ ਮੰਨੋ, obey your elders, ਕੂੜਾ ਨਾ ਖਿਲਾਰੋ, don't litter, ਆਪਣਾ ਹੱਥ ਉੱਤੇ ਚੱਕੋ, raise your hand, ਕਦੇ ਝੂਠ ਨਾ ਬੋਲੋ, never tell a lie, ਆਪਣਾ ਕੰਮ ਪੂਰਾ ਕਰੋ, complete your work, ਇੱਥੇ complete ਦੇ ਸਪੈਲਿੰਗ ਸੈੱਟ ਕਰ ਲਿਓ, ਗਲਤੀਆਂ ਸੁਧਾਰੋ, correct your mistake, ਮੈਂ ਥੱਕਿਆ ਹੋਇਆ ਹਾਂ, I am tired, ਉਹ ਮੂਰਖ ਨਹੀਂ ਹੈ, he is not a fool, ਮੇਰੇ ਮਾਤਾ ਪਿਤਾ ਜੀ ਅਧਿਆਪਕ ਹਨ, my mother is a teacher, ਅਸੀਂ ਭਾਰਤ ਵਾਸੀ ਹਾਂ, we are Indians, ਉਸ ਦੀ ਭੈਣ ਬਹੁਤ ਅਕਲਮੰਦ ਹੈ, her sister is very intelligent, ਮੈਨੂੰ ਤੁਹਾਡੇ ਉੱਤੇ ਮਾਣ ਹੈ, I am proud of you, ਪਾਣੀ ਸਾਫ਼ ਹੈ, the water is clear, ਉਹ ਬਹੁਤ ਮਤਲਬੀ ਹੈ, he is very selfish, ਘਾਹ ਹਰੀ ਭਰੀ ਹੈ, the grass is green, ਅੱਜ ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ, I am not feeling well today, ਮੈਂ ਰੋਜ਼ ਸਕੂਲ ਜਾਂਦਾ ਹਾਂ, I go to school daily, ਮੇਰੀ ਮਾਤਾ ਜੀ ਸਵਾਦੀ ਭੋਜਨ ਪਕਾਉਂਦੇ ਹਨ, my mother cooks tasty food, ਸਭ ਨੇ ਪਾਠ ਯਾਦ ਕਰ ਲਿਆ ਹੈ, everyone learnt the lesson, ਮੈਂ ਆਪਣਾ ਜਨਮ ਦਿਨ ਮਨਾਇਆ, I celebrated my birthday, ਮੇਰੇ ਪਿਤਾ ਜੀ ਬਾਜ਼ਾਰ ਜਾਣਗੇ, my father will go to market। ਮੈਨੂੰ ਇੱਕ ਸਵਾਲ ਪੁੱਛਣ ਦਿਓ, let me ask a question, ਪਰਮਾਤਮਾ ਤੁਹਾਡੇ ਉੱਤੇ ਮਿਹਰ ਕਰੇ, may God bless you, ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ, may you live long, ਜੈਸੇ ਕੋ ਤੈਸਾ, tit for tat, ਕਰ ਭਲਾ ਹੋ ਭਲਾ, do good have good, ਬੁਰੀ ਸੰਗਤ ਨਾਲੋਂ ਕੱਲਾ ਭਲਾ, better alone than in a company, ਜਿੱਥੇ ਚਾਹ ਉੱਥੇ ਰਾਹ, where there is a will is a way, ਜੋ ਗਰਜਦੇ ਹਨ ਉਹ ਬਰਸਦੇ ਨਹੀਂ, barking dogs seldom bite, ਕਿੰਨਾ ਸੋਹਣਾ ਨਜ਼ਾਰਾ ਹੈ, what a beautiful scene, ਕਿੰਨਾ ਸੋਹਣਾ ਫੁੱਲ ਹੈ, what a lovely flower it,
ਹਾਏ ਮੈਂ ਬਰਬਾਦ ਹੋ ਗਿਆ। ਹਾਏ ਨੂੰ ਕਹਿੰਦੇ ਨੇ ਅਲਾਸ ਓ ਅ ਰਿਓਮਡ। ਇਹਨੂੰ ਬੋਲਾਂਗੇ ਕਿਵੇਂ? ਅਲਾਸ ਓ ਅ ਰਿਓਮਡ। ਸ਼ਾਬਾਸ਼ ਤੁਸੀਂ ਬਹੁਤ ਵਧੀਆ ਕੰਮ ਕੀਤਾ। ਵੈਲ ਡਨ, ਯੂ ਡਿਡ ਅ ਗ੍ਰੇਟ ਜੌਬ। ਮਿਹਨਤ ਕਰੋ ਨਹੀਂ ਤਾਂ ਤੁਸੀਂ ਫੇਲ ਹੋ ਜਾਓਗੇ। ਵਰਕ ਹਾਰਡ ਅਦਰਵਾਈਜ਼ ਯੂ ਵਿਲ ਫੇਲ। ਰੱਬ ਦਾ ਸ਼ੁਕਰ ਹੈ, ਥੈਂਕ ਗॉड। ਕਿਰਪਾ ਕਰਕੇ ਪੇਜ ਪਲਟੋ, ਪਲੀਜ਼ ਟਰਨ ਓਵਰ ਦਾ ਪੇਜ। ਸਾਫ਼-ਸਾਫ਼ ਲਿਖੋ, ਰਾਈਟ ਨੀਟਲੀ। ਸਮੇਂ ਸਿਰ ਰਹੋ, ਬੀ ਪੰਕਚੁਅਲ। ਇਹ ਸੀ ਜੀ ਤੁਹਾਡੇ ਸਾਰੀ ਇੰਪੋਰਟੈਂਟ ਟ੍ਰਾਂਸਲੇਸ਼ਨ। ਨੈਕਸਟ ਹੈ ਜੀ ਆਪਣੇ ਕੋਲ ਇੰਪੋਰਟੈਂਟ ਐਪਲੀਕੇਸ਼ਨਸ। Write a letter to your friend informing him about your father's marriage and inviting him। ਆਪਣੇ ਫਰੈਂਡ ਨੂੰ ਲੈਟਰ ਲਿਖਣਾ ਹੈ, ਇਨਫੋਰਮ ਕਰਨਾ ਹੈ ਕਿਸ ਬਾਰੇ? ਆਪਣੇ ਬ੍ਰਦਰ ਦੀ ਮੈਰਿਜ ਬਾਰੇ, ਤੇ ਉਸ ਨੂੰ ਇਨਵਾਈਟ ਕਰਨਾ। ਲੈਟਰ ਲਿਖਣ ਲਈ ਤੁਸੀਂ ਇੱਥੇ ਕੋਈ ਵੀ ਐਡਰੈਸ ਲਿਖ ਸਕਦੇ ਹੋ, ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਸੈਕਟਰ 113 SAS ਨਗਰ, ਡੇਟ ਪਾ ਸਕਦੇ ਹੋ। ਡੀਅਰ ਸੁਨੀਲ, ਇੱਥੇ ਤੁਸੀਂ ਕੋਈ ਵੀ ਨਾਮ ਵੀ ਲਿਖ ਸਕਦੇ ਹੋ ਆਪਣੇ ਫਰੈਂਡ ਦਾ। ਸੁਨੀਲ ਦੀ ਜਗ੍ਹਾ ਤੇ ਤੁਸੀਂ ਕੁਝ ਵੀ ਲਿਖ ਸਕਦੇ ਹੋ। ਆਈ ਐਮ ਐਕਸਟ੍ਰੀਮਲੀ ਹੈਪੀ ਟੂ ਇਨਫੋਰਮ ਯੂ ਦੈਟ। ਕਹਿੰਦਾ ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਇਹ ਦੱਸਦੇ ਹੋਏ that my brother is getting married on February 10 2023 ਕਿ ਮੇਰੇ ਬ੍ਰਦਰ ਦੀ ਮੈਰਿਜ ਜਿਹੜੀ ਆ ਉਹ ਫਰਵਰੀ 10 2023 ਨੂੰ ਹੋਣ ਜਾ ਰਹੀ ਹੈ। ਇੱਥੇ ਤੁਸੀਂ ਡੇਟ ਕੋਈ ਵੀ ਪਾ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ। The functions will start from February 8 2023। ਜਿਹੜਾ ਫੰਕਸ਼ਨ ਹੈ ਉਹ ਸਟਾਰਟ ਹੋ ਜਾਏਗਾ 8 ਤਰੀਕ ਤੋਂ ਹੀ। I am inviting you to all the functions with your parents। ਕਹਿੰਦਾ ਮੈਂ ਤੁਹਾਨੂੰ ਇਨਵਾਈਟ ਕਰ ਰਿਹਾ ਸਾਰੇ ਫੰਕਸ਼ਨਾਂ ਦੇ ਲਈ ਵਿਦ ਯੂਅਰ ਪੇਰੈਂਟਸ, ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਉਣਾ, ਐਂਡ ਸਿਸਟਰ, ਤੇ ਆਪਣੀ ਸਿਸਟਰ ਨੂੰ ਵੀ। ਯੂ ਵਿਲ ਮਸਟ ਕਮ, ਤੇ ਤੁਸੀਂ ਵੀ ਜ਼ਰੂਰ ਆਉਣਾ। ਮਾਈ ਫਾਦਰ ਇਜ਼ ਬੁਕਿੰਗ ਰੂਮਸ ਫॉर ਆਲ ਦਾ ਗੈਸਟ। ਮੇਰੇ ਫਾਦਰ ਨੇ ਗੈਸਟ ਲਈ ਸਾਰੇ ਜਿਹੜੇ ਰੂਮ ਨੇ ਬੁੱਕ ਕਰਾ ਦਿੱਤੇ ਨੇ। ਆਈ ਹੈਵ ਆਸਕਡ ਹਿਮ ਟੂ ਬੁੱਕ 2 ਰੂਮਸ ਫॉर ਯੂ। ਤੇ ਮੈਂ ਉਹਨਾਂ ਨੂੰ ਤੁਹਾਡੇ ਲਈ 2 ਰੂਮਸ ਬੁੱਕ ਕਰਨ ਲਈ ਵੀ ਕਹਿ ਦਿੱਤਾ ਹੈ। ਆਈ ਵਿਲ ਬੀ ਦੇਅਰ ਐਟ ਦਾ ਸਟੇਸ਼ਨ ਟੂ ਰਿਸੀਵ ਯੂ। ਮੈਂ ਸਟੇਸ਼ਨ ਤੇ ਪਹੁੰਚ ਜਾਵਾਂਗਾ ਤੁਹਾਨੂੰ ਰਿਸੀਵ ਕਰਨ ਦੇ ਲਈ। ਆਈ ਵਿਲ ਸੈਂਡ ਯੂ ਦਾ ਕਾਰਡ ਸੂਨ। ਮੈਂ ਤੁਹਾਨੂੰ ਕਾਰਡ ਵੀ ਜਲਦੀ ਭੇਜ ਦਵਾਂਗਾ। ਵੇਟਿੰਗ ਟੂ ਸੀ ਯੂ ਔਨ ਫਰਵਰੀ। ਮੈਂ ਤੁਹਾਡੀ ਵੇਟ ਕਰ ਰਿਹਾ। ਯੂ ਆਰ ਸਿੰਸੀਅਰਲੀ, ਇੱਥੇ ਆਪਣਾ ਨਾਮ ਲਿਖ ਸਕਦੇ ਹੋ, ਤੁਸੀਂ ਕੋਈ ਵੀ ਨਾਮ ਲਿਖ ਸਕਦੇ ਹੋ। ਨੈਕਸਟ ਇੰਪੋਰਟੈਂਟ ਐਪਲੀਕੇਸ਼ਨ ਹੈ ਹੈਡਮਾਸਟਰ ਨੂੰ ਲਿਖਣੀ ਹੈ ਸਕੂਲ ਦੇ asking for exemption for examination। ਐਗਜ਼ਾਮੀਨੇਸ਼ਨ ਦੇ ਵਿੱਚੋਂ ਤੁਹਾਨੂੰ ਛੁੱਟੀ ਚਾਹੀਦੀ ਆ। ਦਾ ਹੈਡਮਾਸਟਰ ਗਵਰਨਮੈਂਟ ਹਾਈ ਸਕੂਲ ਮੁਕੰਦਪੁਰ, ਇੱਥੇ ਕੋਈ ਵੀ ਤੁਸੀਂ ਨਾਮ ਲਿਖ ਸਕਦੇ ਹੋ, ਪਟਿਆਲਾ ਵੀ ਲਿਖ ਸਕਦੇ ਹੋ। ਸਰ I am student of class 8th। ਮੈਂ ਕਲਾਸ 8 ਦਾ ਸਟੂਡੈਂਟ ਹਾਂ। of your school, ਤੁਹਾਡੇ ਸਕੂਲ ਦੇ ਵਿੱਚ। our bi-monthly exam are starting from November 1 2023। ਸਾਡੇ ਜਿਹੜੇ ਬਾਇਓ ਮੰਥਲੀ ਐਗਜ਼ਾਮ ਨੇ ਉਹ ਸਟਾਰਟ ਹੋ ਰਹੇ ਨੇ ਕਦੋਂ? ਨਵੰਬਰ 1 ਤੋਂ। ਸਰ ਆਈ ਆਲਵੇਜ਼ ਸਟੈਂਡ ਫਸਟ ਇਨ ਆਲ ਦਾ ਐਗਜ਼ਾਮ। ਮੈਂ ਹਮੇਸ਼ਾ ਆਪਣੇ ਐਗਜ਼ਾਮ ਦੇ ਵਿੱਚ ਫਸਟ ਆਉਂਦਾ ਰਿਹਾ ਹਾਂ। ਮਾਈ ਸਿਸਟਰਸ ਵੈਡਿੰਗ ਇਜ਼ ਫਾਲਿੰਗ ਔਨ ਨਵੰਬਰ 5। ਮੇਰੇ ਸਿਸਟਰ ਦੀ ਜਿਹੜੀ ਮੈਰਿਜ ਆ ਉਹ 5 ਨਵੰਬਰ ਨੂੰ ਤੈਅ ਹੋ ਚੁੱਕੀ ਹੈ। ਐਜ਼ ਆਈ ਐਮ ਦਾ ਓਨਲੀ ਹੈਲਪਿੰਗ ਹੈਂਡ ਆਫ ਮਾਈ ਫਾਦਰ। ਜਿਵੇਂ ਕਿ ਮੈਂ ਇਕੱਲਾ ਹੀ ਹਾਂ ਜੋ ਆਪਣੇ ਫਾਦਰ ਦੀ ਹੈਲਪ ਕਰਾ ਸਕਦਾ। I can't take the exam this time। मैं इस टाइम अपने एग्जाम नहीं दे सकता। This time I request you to accept me from the examination। ਕਿਰਪਾ ਕਰਕੇ ਮੈਨੂੰ ਇਹਨਾਂ ਐਗਜ਼ਾਮਾਂ ਤੋਂ ਛੁੱਟੀ ਦਿੱਤੀ ਜਾਵੇ। I shall be very thankful to you। ਮੈਂ ਤੁਹਾਡਾ ਬਹੁਤ ਥੈਂਕਫੁਲ ਹੋਵਾਂਗਾ। You are so obediently XYZ, ਇੱਥੇ ਨਾਮ ਲਿਖ ਸਕਦੇ ਹੋ ਜਾਂ XYZ ਵੀ ਲਿਖ ਸਕਦੇ ਹੋ। रोल नंबर, अक्टूबर, डेट पास। नेक्स्ट अपने को राइट एन एप्लीकेशन टू ए प्रिंसिपल आस्किंग फॉर अ स्कूल लिविंग सर्टिफिकेट। स्कूल लिविंग सर्टिफिकेट बारे लेना तुसी पूछना है। यू मस्ट राइट योर रीजन। तुसी रीजन भी देना है कि क्यों तुसी स्कूल छड्डना है। व्हेन यू लीव द स्कूल, कदों छड्डोगे। वेयर यू विल टेक एडमिशन आफ्टर लीविंग द ਸਕੂਲ, ਤੇ ਤੁਸੀਂ ਐਡਮਿਸ਼ਨ ਕਿੱਥੇ ਲਾਓਗੇ ਇਸ ਤੋਂ ਬਾਅਦ। ਦਾ ਹੈਡਮਾਸਟਰ, ਸਟਾਰਟਿੰਗ ਦੇ ਪੁਆਇੰਟ ਲਿਖਣਾ ਤੁਸੀਂ। ਸਟਾਰਟਿੰਗ ਕਿਵੇਂ ਕਰਨੀ ਹੈ? ਦਾ ਹੈਡਮਾਸਟਰ ਗਵਰਨਮੈਂਟ ਹਾਈ ਸਕੂਲ ਮੁਕੰਦਪੁਰ, ਇੱਥੇ ਤੁਸੀਂ ਕੁਝ ਵੀ ਲਿਖ ਸਕਦੇ ਹੋ। ਐਜ਼ ਇਟ ਇਜ਼ ਪਟਿਆਲਾ ਵੀ ਲਿਖ ਸਕਦੇ ਹੋ। ਸਰ ਆਈ ਰੀਡ ਇਨ 8th ਕਲਾਸ ਇਨ ਯੂਰ ਸਕੂਲ। ਮੈਂ ਤੁਹਾਡੀ ਕਲਾਸ ਦੇ ਵਿੱਚ 8th ਕਲਾਸ ਦੇ ਮੈਂ ਤੁਹਾਡੇ ਸਕੂਲ ਦੇ ਵਿੱਚ 8th ਕਲਾਸ ਵਿੱਚ ਪੜ੍ਹਦਾ। ਮਾਈ ਫਾਦਰ ਹੈਜ਼ ਬੀਨ ਟ੍ਰਾਂਸਫਰਡ ਟੂ ਲੁਧਿਆਣਾ। ਮੇਰੇ ਪਿਤਾ ਦੀ ਟ੍ਰਾਂਸਫਰ ਹੋ ਚੁੱਕੀ ਆ। ਸੋ ਮਾਈ ਫੈਮਿਲੀ ਵਿਲ ਮੂਵ ਦੇਅਰ ਨੈਕਸਟ ਵੀਕ। ਸੋ ਮੇਰੀ ਫੈਮਿਲੀ ਜਿਹੜੀ ਹੈਗੀ ਆ ਉਹ ਨੈਕਸਟ ਵੀਕ ਮੂਵ ਹੋ ਰਹੀ ਆ। ਆਈ ਵਿਲ ਟੇਕ ਐਡਮਿਸ਼ਨ ਇਨ PAU ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ। ਮੈਂ PAU ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਐਡਮਿਸ਼ਨ ਲੈ ਚੁੱਕਾ। ਪਲੀਜ਼ ਇਸ਼ੂ ਮਾਈ ਸਕੂਲ ਲਿਵਿੰਗ ਸਰਟੀਫਿਕੇਟ। ਕਿਰਪਾ ਕਰਕੇ ਮੇਰਾ ਸਕੂਲ ਲਿਵਿੰਗ ਸਰਟੀਫਿਕੇਟ ਮੈਨੂੰ ਇਸ਼ੂ ਕਰ ਦਿਓ। ਸੋ ਡੈਟ ਆਈ ਕੈਨ ਟੇਕ ਐਡਮਿਸ਼ਨ ਦੇਅਰ। ਸੋ ਕਿ ਤਾਂ ਕਿ ਮੈਂ ਉੱਥੇ ਜਾ ਕੇ ਐਡਮਿਸ਼ਨ ਲੈ ਸਕਾਂ। ਯੂਅਰਸ ਓਬੀਡੈਂਟਲੀ ਰਾਜਵੀਰ। ਨੈਕਸਟ ਲੈਟਰ ਆਪਣੇ ਕੋਲ ਸਪੋਜ਼ ਯੂ ਆਰ ਮੰਜੁਲ। ਯੂ ਲਿਵ ਐਟ 1806 34D ਚੰਡੀਗੜ੍ਹ। ਰਾਈਟ ਅ ਲੈਟਰ ਟੂ ਯੂਅਰ ਅੰਕਲ ਰਿਕੁਐਸਟਿੰਗ ਹਿਮ ਟੂ ਬਾਏ ਯੂ ਅ
ਬਾਈਸਾਈਕਲ ਔਨ ਯੂਅਰ ਬਰਥਡੇ। ਤੁਸੀਂ ਇੱਕ ਲੈਟਰ ਲਿਖਣਾ ਆਪਣੇ ਅੰਕਲ ਨੂੰ ਕਿ ਆਪਣੇ ਬਰਥਡੇ ਤੇ ਤੁਹਾਡਾ ਬਰਥਡੇ ਆ ਰਿਹਾ ਤੇ ਉਹ ਤੁਹਾਨੂੰ ਬਾਈਸਾਈਕਲ ਗਿਫਟ ਕਰ। ਦੇਖੋ ਜਿਹੜਾ ਇੱਥੇ ਜਦੋਂ ਜਿਸ ਤਰ੍ਹਾਂ ਇੱਥੇ ਉਹਨੇ ਐਡਰੈਸ ਲਿਖਿਆ, ਇਹ ਐਡਰੈਸ ਤੁਸੀਂ ਉਹੀ ਲਿਖਣਾ ਜੋ ਤੁਹਾਨੂੰ ਇੱਥੇ ਐਪਲੀਕੇਸ਼ਨ ਦੇ ਵਿੱਚ ਉੱਪਰ ਦਿੱਤਾ ਹੈ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ, ਜੇ ਨਹੀਂ ਦਿੱਤਾ ਫਿਰ ਤੁਸੀਂ ਕੁਝ ਵੀ ਲਿਖ ਸਕਦੇ ਹੋ, ਜੇ ਦਿੱਤਾ ਤਾਂ ਫਿਰ ਤੁਸੀਂ ਇਹੀ ਲਿਖਣਾ ਜੋ ਤੁਹਾਨੂੰ ਇੱਥੇ ਮੈਂਸ਼ਨ ਕੀਤਾ ਹੋਇਆ। ਥੈਂਕ ਯੂ ਵੈਰੀ ਮਚ ਫॉर योर ਲੈਟਰ, ਯੂ ਹੈਵ ਆਸਕਡ ਮੀ ਅਬਾਊਟ ਦਾ ਗਿਫਟ ਆਈ ਵਾਂਟਡ ਔਨ ਮਾਈ ਬਰਥਡੇ। ਕਹਿੰਦੇ ਤੁਸੀਂ ਮੈਨੂੰ ਇੱਕ ਲੈਟਰ ਲਿਖਿਆ ਸੀ ਜਿਸ ਵਿੱਚ ਤੁਸੀਂ ਮੈਨੂੰ ਪੁੱਛਿਆ ਸੀ ਕਿ ਮੈਨੂੰ ਬਰਥਡੇ ਤੇ ਕਿਹੜਾ ਗਿਫਟ ਚਾਹੀਦਾ। I was overjoyed to receive your letter as it shows your love for me। ਮੈਂ ਬਹੁਤ ਖੁਸ਼ ਹੋਇਆ ਤੁਹਾਡਾ ਲੈਟਰ ਦੇਖ ਕੇ। This birthday I would like to get a bicycle। ਕਹਿੰਦੇ ਇਸ ਬਰਥਡੇ ਮੈਨੂੰ ਇੱਕ ਬਾਈਸਾਈਕਲ ਦੀ ਜ਼ਰੂਰਤ ਹੈ। All my friends have nice bicycle। ਮੇਰੇ ਫਰੈਂਡ ਕੋਲ ਬਹੁਤ ਅੱਛੀਆਂ ਬਾਈਸਾਈਕਲ ਨੇ। and every morning they ride together। ਤੇ ਹਰ ਰੋਜ਼ ਸਵੇਰੇ ਉਹ ਰਾਈਡ ਤੇ ਜਾਂਦੇ ਨੇ, ਯਾਨੀ ਘੁੰਮਣ ਜਾਂਦੇ ਨੇ। When they talk about it I feel that I should also be a part of that group। ਕਹਿੰਦੇ ਜਦੋਂ ਇਹ ਇਸ ਰਾਈਡਿੰਗ ਬਾਰੇ ਆਪਣੀ ਗੱਲਾਂ ਕਰਦੇ ਨੇ ਤਾਂ ਮੈਨੂੰ ਵੀ ਫੀਲ ਹੁੰਦਾ ਕਿ ਮੈਂ ਵੀ ਉਹਨਾਂ ਦੇ ਗਰੁੱਪ ਦਾ ਪਾਰਟ ਬਣਾ, ਉਹਨਾਂ ਨਾਲ ਘੁੰਮਣ ਜਾਵਾਂ। It will give me good exercise। ਇਹ ਮੇਰੇ ਲਈ ਇੱਕ ਚੰਗੀ ਐਕਸਰਸਾਈਜ਼ ਵੀ ਹੋਵੇਗੀ। and an opportunity to be with my friends। ਤੇ ਆਪਣੇ ਫਰੈਂਡਸ ਦੇ ਨਾਲ ਘੁੰਮਣ ਦਾ ਇੱਕ ਮੌਕਾ ਵੀ ਹੋਵੇਗਾ। this gift will be useful as I can also go to school on my bicycle। ਕਹਿੰਦੇ ਇਹ ਗਿਫਟ ਮੇਰੇ ਲਈ ਇੱਕ ਯੂਜ਼ਫੁਲ ਵੀ ਬਹੁਤ ਰਹੂਗਾ ਕਿਉਂਕਿ ਮੈਂ ਆਪਣੇ ਸਕੂਲ ਫਿਰ ਬਾਈਸਾਈਕਲ ਤੇ ਜਾ ਸਕਦਾ ਹਾਂ। ਥੈਂਕ ਯੂ ਵਾਂਸ ਅਗੇਨ। ਤੁਹਾਡਾ ਇੱਕ ਵਾਰ ਫਿਰ ਧੰਨਵਾਦ। yours lovingly ਮੰਜੂ। ਨੈਕਸਟ ਆ ਜੀ ਆਪਣੇ ਕੋਲ ਇੱਕ ਲੈਟਰ ਆਪਣੇ ਫਾਦਰ ਨੂੰ ਲਿਖਣਾ ਹੈ ਇਨਫੋਰਮਿੰਗ ਅਬਾਊਟ ਦਾ ਸਕੂਲ ਟ੍ਰਿਪ। ਤੁਹਾਡਾ ਸਕੂਲ ਟ੍ਰਿਪ ਜਾ ਰਿਹਾ ਉਸ ਬਾਰੇ ਇੱਕ ਲੈਟਰ ਲਿਖੋ। ਦੇਖੋ ਜੋ ਤੁਹਾਨੂੰ ਇੱਥੇ ਸਕੂਲ ਦਾ ਨੇਮ ਮੈਂਸ਼ਨ ਕੀਤਾ ਹੈ ਉਹੀ ਤੁਸੀਂ ਇੱਥੇ ਲਿਖਣਾ। ਯਾਦਵਿੰਦਰ ਪਬਲਿਕ ਸਕੂਲ ਮੋਹਾਲੀ। ਡੇਟ ਪਾ ਦੇਣੀ ਹੈ ਡੀਅਰ ਫਾਦਰ I am good and hope the same for you। ਕਹਿੰਦੇ ਮੈਂ ਚੰਗਾ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਵੀ ਚੰਗੇ ਹੋਵੋਗੇ। I am glad to tell you that my school is going to organizing a trip to the science museum। ਕਹਿੰਦੇ ਮੈਂ ਬਹੁਤ ਖੁਸ਼ ਹੋ ਰਿਹਾ ਤੁਹਾਨੂੰ ਦੱਸਦੇ ਹੋਏ ਕਿ ਮੇਰੇ ਸਕੂਲ ਵੱਲੋਂ ਇੱਕ ਟ੍ਰਿਪ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਸਾਇੰਸ ਮਿਊਜ਼ੀਅਮ ਦਾ। and we need to pay 1000 rupees to school। ਤੇ ਮੈਂ 1000 rupees ਸਕੂਲ ਨੂੰ ਪੇ ਕਰਨੇ ਹਨ। please send 1000 rupees within a week on the same school bank account। ਕਿਰਪਾ ਕਰਕੇ ਤੁਸੀਂ 1000 ਰੁਪਇਆ ਭੇਜ ਦਿਓ ਸਕੂਲ ਬੈਂਕ ਅਕਾਊਂਟ ਦੇ ਵਿੱਚ ਹੀ where you fill my school fees। ਜਿੱਥੇ ਤੁਸੀਂ ਮੇਰੀ ਸਕੂਲ ਫੀਸ ਫਿਲ ਕਰਦੇ ਹੋ। hope you will allow me for a trip and will send money within time। ਕਹਿੰਦੇ ਮੈਂ ਆਸ ਕਰਦਾ ਕਿ ਤੁਸੀਂ ਮੈਨੂੰ ਟ੍ਰਿਪ ਦੇ ਲਈ ਅਲਾਉ ਕਰੋਗੇ ਤੇ ਟਾਈਮ ਦੇ ਵਿੱਚ ਹੀ ਮਨੀ ਡਿਪੋਜ਼ਿਟ ਕਰਵਾ ਦੋਗੇ। with regard your son। ਆਪਣਾ ਨਾਮ ਲਿਖੋ। ਨੈਕਸਟ ਹੈ ਜੀ ਆਪਣੇ ਕੋਲ ਰਾਈਟ ਅ ਲੈਟਰ ਟੂ ਯਰ ਫਰੈਂਡ ਟੈਲਿੰਗ ਹਿਮ why it is important to stop using single use plastic। ਆਪਣੇ ਫਰੈਂਡ ਨੂੰ ਦੱਸਣਾ ਹੈ ਕਿ why it is important to stop using single plastic। ਕਿ ਸਾਨੂੰ ਪਲਾਸਟਿਕ ਕਿਉਂ ਨਹੀਂ ਯੂਜ਼ ਕਰਨਾ ਚਾਹੀਦਾ। ਦੇਖੋ ਇੱਥੇ ਕੋਈ ਵੀ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਐਡਰੈਸ ਲਿਖ ਸਕਦੇ ਹੋ। I am fine and hope the same for you। ਮੈਂ ਚੰਗਾ ਤੇ ਤੁਸੀਂ ਵੀ ਚੰਗੇ ਹੋਵੋਗੇ। I have read a poem and want to share the ideas with you। ਕਹਿੰਦੇ ਮੈਂ ਇੱਕ ਪੋਇਮ ਰੀਡ ਕੀਤੀ ਆ ਤੇ ਉਹਦਾ ਜਿਹੜਾ ਆਈਡੀਆ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। I have found that there is a problem with single use plastic garbage। daily we use and throw away single use plastic item। ਕਹਿੰਦੇ ਡੇਲੀ ਅਸੀਂ ਸਿੰਗਲ ਯੂਜ਼ ਆਈਟਮ ਜਿਹੜੀ ਪਲਾਸਟਿਕ ਦੀਆਂ ਯੂਜ਼ ਕਰਦੇ ਹਾਂ। ਇਟ ਬਿਕਮਸ ਪਲਾਸਟਿਕ ਗਾਰਬੇਜ। ਤੇ ਇਹ ਪਲਾਸਟਿਕ ਦਾ ਕੂੜਾ ਬਣ ਜਾਂਦਾ ਹੈ। ਦਿਸ ਪਲਾਸਟਿਕ ਗਾਰਬੇਜ ਟਰੈਵਲ ਟੂ ਓਸ਼ੀਅਨ ਸੀਜ਼ ਰਿਵਰਸ। ਕਹਿੰਦੇ ਜਿਹੜਾ ਗਾਰਬੇਜ ਇਹ ਪਲਾਸਟਿਕ ਦਾ ਜਿਹੜਾ ਗਾਰਬੇਜ ਹੈ ਫਿਰ ਟਰੈਵਲ ਕਰਦਾ ਹੈ ਸਮੁੰਦਰਾਂ ਦੇ ਵਿੱਚ, ਨਦੀਆਂ ਦੇ ਵਿੱਚ। ਇਟ ਕ੍ਰੀਏਟਸ ਹਾਰਮਫੁਲ ਪੋਲੂਟੈਂਟਸ। ਕਹਿੰਦੇ ਇਹ ਸਾਡੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ। ਇਟ ਹਾਰਮਸ ਆਵਰ ਅਰਥ। ਇਹ ਸਾਡੀ ਧਰਤੀ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਸੋ ਇਫ ਵੀ ਵਾਂਟ ਟੂ ਸੇਵ ਆਵਰ ਅਰਥ। ਕਹਿੰਦੇ ਸੋ ਇਸ ਕਰਕੇ ਜੇ ਅਸੀਂ ਆਪਣੀ ਧਰਤੀ ਨੂੰ ਬਚਾਉਣਾ ਚਾਹੁੰਦੇ ਹਾਂ ਵੀ ਸ਼ੁੱਡ ਸਟਾਪ ਯੂਜ਼ਿੰਗ ਸਿੰਗਲ ਯੂਜ਼ ਪਲਾਸਟਿਕ। ਤਾਂ ਸਾਨੂੰ ਇਸ ਪਲਾਸਟਿਕ ਨੂੰ ਯੂਜ਼ ਕਰਨਾ ਛੱਡਣਾ ਚਾਹੀਦਾ ਹੈ। ਵੀ ਸ਼ੁੱਡ ਯੂਜ਼ ਪੇਪਰ ਐਂਡ ਫੈਬਰਿਕ ਬੈਗਸ। ਤੇ ਸਾਨੂੰ ਪੇਪਰ ਐਂਡ ਫੈਬਰਿਕ ਬੈਗਸ ਯੂਜ਼ ਕਰਨੇ ਚਾਹੀਦੇ ਹਨ। I hope you will agree with my ideas। ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਆਈਡੀਆ ਦੇ ਨਾਲ ਖੁਸ਼ ਹੋਵੋਗੇ। ਨੈਕਸਟ ਆਪਣੇ ਕੋਲ ਇੰਪੋਰਟੈਂਟ ਪੈਰਾਗ੍ਰਾਫ। ਆਵਰ ਸਕੂਲ ਲਾਇਬ੍ਰੇਰੀ। ਅ ਸਕੂਲ ਇਜ਼ ਅ ਟੈਂਪਲ ਆਫ ਲਰਨਿੰਗ। ਕਹਿੰਦੇ ਸਕੂਲ ਜਿਹੜਾ ਉਹ ਲਰਨਿੰਗ ਦਾ ਟੈਂਪਲ ਹੈ। ਐਂਡ ਲਾਇਬ੍ਰੇਰੀ ਇਜ਼ ਅਲਟਰ ਇਨ ਇਟ। ਅਲਟਰ ਦਾ ਮੀਨਿੰਗ ਹੋਇਆ ਇੱਕ ਤਰੀਕੇ ਦਾ ਰਿਲੀਜੀਅਸ ਸੈਰੇਮਨੀ ਦੇ ਵਿੱਚ ਇੱਕ ਟੇਬਲ ਯੂਜ਼ ਹੁੰਦਾ, ਉਸ ਨੂੰ ਅਸੀਂ ਅਲਟਰ ਕਹਿ ਦਿੰਦੇ ਹਾਂ, ਜਿਹੜਾ ਮੰਦਰਾਂ ਵਗੈਰਾ ਦੇ ਵਿੱਚ ਯੂਜ਼ ਹੁੰਦਾ। ਲਾਇਬ੍ਰੇਰੀ ਇਜ਼ ਦਾ ਮੋਸਟ ਯੂਜ਼ਫੁਲ ਪਲੇਸ ਆਫ ਦਾ ਸਕੂਲ। ਕਹਿੰਦੇ ਲਾਇਬ੍ਰੇਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਯੂਜ਼ਫੁਲ ਪਲੇਸ ਆ ਸਾਡੇ ਸਕੂਲ ਦੇ ਵਿੱਚ। ਵਿਦਆਊਟ ਅ ਗੁੱਡ ਲਾਇਬ੍ਰੇਰੀ ਇਜ਼ ਲਾਈਕ ਅ ਸੋਲਜਰ ਵਿਦਆਊਟ ਗਨ। ਕਹਿੰਦੇ ਜਿਵੇਂ ਇੱਕ ਸਿਪਾਹੀ ਜਿਹੜਾ ਗਨ ਤੋਂ ਬਗੈਰ ਅਧੂਰਾ ਹੈ, ਟੀਚਰ ਦਾ ਪੈਨ ਤੋਂ ਬਗੈਰ ਕੋਈ ਕੰਮ ਨਹੀਂ, ਉਸੇ ਤਰੀਕੇ ਨਾਲ ਗੁੱਡ ਲਾਇਬ੍ਰੇਰੀ ਤੋਂ ਬਿਨਾਂ ਵੀ ਸਟੂਡੈਂਟ ਦਾ ਕੋਈ ਕੰਮ ਨਹੀਂ। ਦੇਅਰ ਇਜ਼ ਅ ਬਿਗ ਲਾਇਬ੍ਰੇਰੀ ਇਨ ਮਾਈ ਸਕੂਲ।
ਕਹਿੰਦੇ ਸਾਡੇ ਸਕੂਲ ਦੇ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਹੈ। ਇਟ ਹੈਜ਼ ਮੋਰ ਦੈਨ 50,000 ਬੁੱਕਸ। ਇਸ ਦੇ ਵਿੱਚ 50,000 ਬੁੱਕਸ ਹਨ। ਆਲ ਦਾ ਬੁੱਕਸ ਆਰ ਕੈਪਟ ਸਬਜੈਕਟ ਵਾਈਜ਼। ਸਾਰੀਆਂ ਬੁੱਕਸ ਜਿਹੜੀਆਂ ਉਹ ਸਬਜੈਕਟ ਵਾਈਜ਼ ਲੱਗੀਆਂ ਹੋਈਆਂ ਹਨ। whenever you required any book related to any topic go to the section। ਕਹਿੰਦੇ ਤੁਹਾਨੂੰ ਜਦੋਂ ਵੀ ਕੋਈ ਬੁੱਕ ਚਾਹੀਦੀ ਆ ਤੁਸੀਂ ਉਸ ਸੈਕਸ਼ਨ ਦੇ ਵਿੱਚ ਜਾ ਸਕਦੇ ਹੋ। देयर आर मैनी स्टोरी बुक्स एंड कॉमिक्स। ਉੱਥੇ ਬਹੁਤ ਸਟੋਰੀ ਬੁੱਕਸ ਐਂਡ ਕਾਮਿਕ ਬੁੱਕਸ ਵੀ ਹਨ। ਸਾਇੰਸ ਫਿਕਸ਼ਨ ਜੀਕੇ ਰਿਲੇਟਡ ਐਂਡ ਮੈਨੀ ਮੋਰ ਟਾਈਪਸ ਬੁੱਕਸ ਅਵੇਲੇਬਲ ਇਨ ਲਾਇਬ੍ਰੇਰੀ। ਕਹਿੰਦੇ ਸਾਇੰਸ ਫਿਕਸ਼ਨ ਦੇ ਰਿਲੇਟਡ ਜੀਕੇ ਦੇ ਰਿਲੇਟਡ ਤੇ ਮੈਨੀ ਮੋਰ ਬੁੱਕਸ ਜਿਹੜੀਆਂ ਹੈਗੀਆਂ ਉੱਥੇ ਅਵੇਲੇਬਲ ਹਨ। ਮੈਨੀ ਟਾਈਪਸ ਆਫ ਨਿਊਜ਼ਪੇਪਰ ਐਂਡ ਮੈਗਜ਼ੀਨਸ ਆਰ ਆਲਸੋ ਅਵੇਲੇਬਲ ਇਨ ਅਵਰ ਲਾਇਬ੍ਰੇਰੀ। ਕਹਿੰਦੇ ਕਾਫੀ ਜ਼ਿਆਦਾ ਨਿਊਜ਼ਪੇਪਰ ਮੈਗਜ਼ੀਨ ਵੀ ਸਾਡੀ ਲਾਇਬ੍ਰੇਰੀ ਦੇ ਵਿੱਚ ਅਵੇਲੇਬਲ ਨੇ। ਆਵਰ ਸਕੂਲ ਲਾਇਬ੍ਰੇਰੀਅਨ ਇਜ਼ ਵੈਰੀ ਹੈਲਪਫੁਲ ਐਂਡ ਕਾਈਂਡ। ਸਾਡੇ ਸਕੂਲ ਦੀ ਜਿਹੜੀ ਲਾਇਬ੍ਰੇਰੀਅਨ ਆ ਉਹ ਬਹੁਤ ਜ਼ਿਆਦਾ ਹੈਲਪਫੁਲ ਤੇ ਕਾਈਂਡ ਹੈ। ਹੀ ਆਲਵੇਜ਼ ਹੈਲਪਸ ਅਸ ਟੂ ਫਾਈਂਡ ਗੁੱਡ ਬੁੱਕਸ। ਉਹ ਹਮੇਸ਼ਾ ਸਾਡੀ ਹੈਲਪ ਕਰਦਾ ਹੈ ਇਸ ਦੇ ਲਈ ਗੁੱਡ ਬੁੱਕਸ ਲੱਭਣ ਦੇ ਲਈ। ਵੀ ਇੰਜੋਏ ਅ ਲੋਟ whenever we are going to the library। ਅਸੀਂ ਬਹੁਤ ਇੰਜੋਏ ਕਰਦੇ ਹਾਂ ਜਦੋਂ ਅਸੀਂ ਲਾਇਬ੍ਰੇਰੀ ਦੇ ਵਿੱਚ ਜਾਂਦੇ ਹਾਂ। ਨੈਕਸਟ ਐਸੇ ਹੈ ਜੀ ਆਪਣੇ ਕੋਲ ਸਕੂਲ ਪਿਕਨਿਕ। Picnic is one thing that we all always look forward to। This time it was announced that we would go on a school picnic to the local city garden। We were all very excited। ਅਸੀਂ ਬਹੁਤ ਜ਼ਿਆਦਾ ਸਾਰੇ excited ਸੀਗੇ। On the day of the picnic ਕਹਿੰਦੇ ਪਿਕਨਿਕ ਵਾਲੇ ਦਿਨ I woke up early। ਮੈਂ ਜਲਦੀ ਉੱਠ ਗਿਆ। My mother packed a lot of food items for me। ਮੇਰੀ ਮਦਰ ਨੇ ਖਾਣ ਲਈ ਕੁਝ ਚੀਜ਼ਾਂ ਪੈਕ ਕਰ ਦਿੱਤੀਆਂ। ਐਂਡ ਮਾਈ ਫਰੈਂਡਸ ਤੇ ਮੇਰੇ ਫਰੈਂਡਸ ਲਈ ਵੀ। ਵੀ ਰੀਚਡ ਸਕੂਲ ਇਨ ਟਾਈਮ ਟੂ ਬੋਰਡ ਦਾ ਬੱਸ। ਅਸੀਂ ਸਕੂਲ ਦੇ ਵਿੱਚ ਟਾਈਮ ਨਾਲ ਪਹੁੰਚ ਗਏ ਬੱਸ ਤੁਰਨ ਤੋਂ ਪਹਿਲਾਂ। ਆਵਰ ਇੰਗਲਿਸ਼ ਟੀਚਰ ਐਂਡ ਸਪੋਰਟਸ ਟੀਚਰ ਵਰ ਅਕੰਪਨਿੰਗ ਅਸ। ਕਹਿੰਦੇ ਸਪੋਰਟਸ ਟੀਚਰ ਨੇ ਤੇ ਇੰਗਲਿਸ਼ ਟੀਚਰ ਨੇ ਸਾਨੂੰ ਕੰਪਨੀ ਵੀ ਦਿੱਤੀ। ਦਾ ਬੱਸ ਸਟਾਰਟਡ ਐਟ 8 AM। ਬੱਸ ਜਿਹੜੀ 8 ਵਜੇ ਸਟਾਰਟ ਹੋ ਗਈ। ਵੀ ਇੰਜੋਇਡ ਦਾ ਜਰਨੀ ਐਂਡ ਹੈਡ ਗ੍ਰੇਟ ਫਨ ਸਿੰਗਿੰਗ ਸੌਂਗਸ। ਅਸੀਂ ਸਫ਼ਰ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਗਾਣੇ ਵੀ ਗਾਏ। ਫਾਈਨਲੀ ਵੀ ਰੀਚਡ ਅ ਗਾਰਡਨ। ਫਾਈਨਲੀ ਅਸੀਂ ਗਾਰਡਨ ਪਹੁੰਚ ਗਏ। ਇਟ ਵਾਜ਼ ਵੈਰੀ ਪੀਸਫੁਲ ਦੇਅਰ। ਉੱਥੇ ਬਹੁਤ ਜ਼ਿਆਦਾ ਸ਼ਾਂਤੀ ਸੀ। ਦਾ ਵੈਦਰ ਵਾਜ਼ ਆਲਸੋ ਵੈਰੀ ਪਲੇਜ਼ੈਂਟ। ਮੌਸਮ ਵੀ ਬੜਾ ਸ਼ਾਂਤ ਸੀ। ਵੀ ਗੋਟ ਬਿਜ਼ੀ ਔਨ ਸਵਿੰਗਸ ਐਂਡ ਸਟਾਰਟਡ ਰਨਿੰਗ ਐਂਡ ਪਲੇਇੰਗ। ਅਸੀਂ ਬਿਜ਼ੀ ਹੋ ਗਏ ਸਵਿੰਗ ਕਰਨ ਦੇ ਵਿੱਚ ਐਂਡ ਰਨਿੰਗ ਐਂਡ ਪਲੇਇੰਗ ਦੇ ਵਿੱਚ। We are all in high spirit। ਅਸੀਂ ਸਾਰੇ ਬਹੁਤ ਜ਼ਿਆਦਾ ਉਤਸ਼ਾਹਿਤ ਸੀ। In the afternoon we had lunch। ਦੁਪਹਿਰ ਨੂੰ ਅਸੀਂ ਲੰਚ ਕੀਤਾ। We shared our food with each other। ਅਸੀਂ ਆਪਣਾ ਫੂਡ ਇੱਕ ਦੂਜੇ ਨਾਲ ਸ਼ੇਅਰ ਵੀ ਕੀਤਾ। After lunch our teachers made us play many games। ਲੰਚ ਤੋਂ ਬਾਅਦ ਸਾਡੇ ਟੀਚਰ ਨੇ ਸਾਨੂੰ ਕਾਫੀ ਗੇਮਸ ਵੀ ਖਿਡਾਈਆਂ। It was fun। ਇਹ ਬਹੁਤ ਜ਼ਿਆਦਾ ਫਨ ਸੀ। We laughed and enjoyed ourselves। ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ ਤੇ ਇੰਜੋਏ ਕੀਤਾ। Soon it was evening and time to go back। ਜਲਦੀ ਹੀ ਸ਼ਾਮ ਹੋ ਗਈ ਤੇ ਸਾਡੇ ਮੁੜਨ ਦਾ ਸਮਾਂ ਹੋ ਗਿਆ। We boarded the bus again। ਅਸੀਂ ਦੁਬਾਰਾ ਬੱਸ ਦੇ ਵਿੱਚ ਬੈਠ ਗਏ। And reached home by 7। ਤੇ 7 ਵਜੇ ਤੱਕ ਆਪਣੇ ਘਰ ਪਹੁੰਚ ਗਏ। It was a memorable day and I am going to cherish it forever। ਕਹਿੰਦੇ ਇੱਕ ਮੇਰੇ ਲਈ ਬਹੁਤ ਯਾਦਗਾਰੀ ਦਿਨ ਸੀ। ਮੈਂ ਤੇ ਹਮੇਸ਼ਾ ਇਸ ਨੂੰ ਯਾਦ ਰੱਖਾਂਗਾ। ਨੈਕਸਟ ਆਈ ਸਾਡੇ ਕੋਲ ਇੰਪੋਰਟੈਂਟ ਸਟੋਰੀ ਸਟੈਗ ਐਂਡ ਹੰਟਰਸ ਡੌਗ। ਵਾਂਸ देयर ਵਾਜ਼ ਅ ਸਟੈਗ ਲਿਵਡ ਇਨ ਅ ਫੋਰੈਸਟ। ਸਟੈਗ ਮੀਨ ਬਾਰਾਸਿੰਗਾ। ਵਨ ਡੇ ਹੀ ਵਾਜ਼ ਡਰਿੰਕਿੰਗ ਵਾਟਰ ਫਰੋਮ ਅ ਪੂਲ। ਕਹਿੰਦੇ ਇੱਕ ਵਾਰ ਉਹ ਪੂਲ ਦੇ ਵਿੱਚੋਂ ਪਾਣੀ ਪੀ ਰਿਹਾ ਸੀ। ਦੈਨ ਹੀ ਸਾ ਦਾ ਰਿਫਲੈਕਸ਼ਨ ਆਫ ਬਿਊਟੀਫੁਲ ਹੌਰਨਸ ਇਨ ਦਾ ਵਾਟਰ। ਕਹਿੰਦੇ ਫਿਰ ਉਸਨੇ ਆਪਣੇ ਜਿਹੜੇ ਸਿੰਘਾਂ ਦੇ ਰਿਫਲੈਕਸ਼ਨ ਜਿਹੜੀ ਹੈ ਸਿੰਘਾਂ ਦੀ ਉਸਨੇ ਪਾਣੀ ਦੇ ਵਿੱਚ ਦੇਖੀ। ਐਂਡ ਫੈਲਟ ਪ੍ਰਾਊਡ ਆਫ ਥੀਸ। ਤੇ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ। ਦੈਨ ਹੀ ਸਾ ਰਿਫਲੈਕਸ਼ਨ ਆਫ ਹਿਜ਼ ਲੈਗਸ। ਫਿਰ ਉਸਨੇ ਆਪਣੀ ਲੱਤਾਂ ਦੇਖੀਆਂ। ਐਂਡ ਫੈਲਟ ਅਸ਼ੇਮਡ ਆਫ them। ਤੇ ਉਸਨੂੰ ਆਪਣੇ ਆਪ ਤੇ ਸ਼ਰਮ ਆਈ। ਵੈਨ ਹੀ ਵਾਜ਼ ਲੁਕਿੰਗ ਹਿਮਸੈਲਫ ਇਨ ਦਾ ਵਾਟਰਸ ਹੰਟਰ ਡੌਗ ਕੇਮ ਦੇਅਰ। ਕਹਿੰਦੇ ਜਦੋਂ ਇਹ ਸਭ ਕੁਝ ਦੇਖ ਰਿਹਾ ਸੀ ਪਾਣੀ ਦੇ ਵਿੱਚ ਤਾਂ ਇੱਕ ਸ਼ਿਕਾਰੀ ਦਾ ਕੁੱਤਾ ਉੱਥੇ ਆ ਗਿਆ। ਹੀ ਹੀਅਰਡ ਦਾ ਬਾਰਕਿੰਗ ਆਫ ਦੋਜ਼ ਡੌਗਸ। ਉਸਨੇ ਉਹਨਾਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣੀ। ਹੀ ਸਟਾਰਟਡ ਰਨਿੰਗ ਟੂ ਸੇਵ ਹਿਜ਼ ਲਾਈਫ। ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜਿਆ। In the way his horns entangled in a bush। ਕਹਿੰਦੇ ਰਸਤੇ ਦੇ ਵਿੱਚ ਭੱਜਦੇ ਹੋਏ ਉਸਦੇ ਜਿਹੜੇ ਸਿੰਘ ਸੀਗੇ ਉਹ ਇੱਕ ਝਾੜੀਆਂ ਦੇ ਵਿੱਚ ਫਸ ਗਏ। He tried his best to untangle horns। ਉਹ ਟਰਾਈ ਕਰ ਰਿਹਾ ਸੀ ਕਿ ਉਸਦੇ ਸਿੰਘ ਜਿਹੜੇ ਸੀ ਬਾਹਰ ਨਿਕਲ ਜਾਣ। He succeeded with great difficulty। ਉਹ ਸਫਲ ਹੋਇਆ ਪਰ ਬਹੁਤ ਹੀ ਮੁਸ਼ਕਲ ਦੇ ਨਾਲ। Then dogs reached there। ਜਦ ਤੱਕ ਉੱਥੇ ਕੁੱਤੇ ਪਹੁੰਚ ਗਏ ਸਨ। He used his thin legs to escape from dogs and save his life। ਉਸਨੇ ਆਪਣੀਆਂ ਪਤਲੀਆਂ ਲੱਤਾਂ ਹੀ ਯੂਜ਼ ਕੀਤੀਆਂ ਆਪਣੇ ਆਪ ਨੂੰ ਕੁੱਤਿਆਂ ਤੋਂ ਬਚਾਉਣ ਦੇ ਲਈ। ਐਂਡ ਸੇਵ ਹਿਜ਼ ਲਾਈਫ। ਤੇ ਆਪਣੀ ਜਾਨ ਨੂੰ ਬਚਾ ਲਿਆ। Then he understood the importance of his
ugly looking legs। ਤਾਂ ਉਸਨੇ ਆਪਣੀ ਇੰਪੋਰਟੈਂਸ ਪਹਿਚਾਣੀ ਆਪਣੀ ugly looking legs, ਬੇਕਾਰ ਦਿਖਦੀਆਂ ਲੱਤਾਂ ਦੀ। ਫਿਰ ਉਸਨੇ ਇੰਪੋਰਟੈਂਸ ਮਹਿਸੂਸ ਕੀਤੀ। ਨੈਕਸਟ ਆਪਣੇ ਕੋਲ ਡੈਸਟੀਨੀ ਆਫ ਅ ਡੋਂਕੀ। A gardener had a donkey to load his flowers on him। ਕਹਿੰਦੇ ਇੱਕ ਮਾਲੀ ਕੋਲ ਇੱਕ ਬੰਦਰ ਸੀ ਉਸਦੇ ਫਲਾਵਰਾਂ ਨੂੰ ਲੋਡ ਕਰਨ ਦੇ ਲਈ। and go around to sell them, ਤੇ ਬਾਹਰ ਜਾ ਕੇ ਵੇਚਣ ਦੇ ਲਈ। one day the donkey thought that his master made him overwork। ਇੱਕ ਦਿਨ ਬਾਂਦਰ ਨੇ ਸੋਚਿਆ ਕਿ ਉਸਦਾ ਮਾਲਕ ਜਿਹੜਾ ਉਸ ਤੋਂ ਵੱਧ ਕੰਮ ਕਰਾ ਰਿਹਾ ਹੈ। so he went to the lord and said, ਸੋ ਉਹ ਆਪਣੇ ਲੋਡ ਕੋਲ ਗਿਆ ਤੇ ਬੋਲਿਆ my present master makes me overwork। ਮੇਰਾ ਜਿਹੜਾ ਮਾਸਟਰ ਹੈ, ਮਾਲਕ ਹੈ, ਉਹ ਮੇਰੇ ਤੋਂ ਓਵਰਵਰਕ ਕਰਾ ਰਿਹਾ। ਸੋ ਪਲੀਜ਼ ਚੇਂਜ ਮਾਈ ਮਾਸਟਰ। ਸੋ ਕਿਰਪਾ ਕਰਕੇ ਮੇਰਾ ਮਾਸਟਰ ਚੇਂਜ ਕਰ ਦਿਓ। The Lord sent him to a potter। ਲੋਰਡ ਨੇ ਉਸਨੂੰ ਯਾਨੀ ਗੋਡ ਨੇ ਉਸਨੂੰ ਪੋਟਰ ਯਾਨੀ ਘੁਮਿਆਰ ਕੋਲ ਭੇਜ ਦਿੱਤਾ। His condition was even worse there। ਉੱਥੇ ਉਸਦੀ ਕੰਡੀਸ਼ਨ ਹੋਰ ਵੀ ਭੈੜੀ ਸੀ। The potter loaded earthen pots on him। ਜਿਹੜਾ ਪੋਟਰ ਸੀ, ਘੁਮਿਆਰ ਸੀ, ਉਸ ਤੇ ਬਹੁਤ ਜ਼ਿਆਦਾ ਭਾਂਡੇ ਜਿਹੜਾ ਸੀਗਾ ਉਹ ਲੱਦ ਦਿੰਦਾ ਸੀ। and went around selling them in the market। ਤੇ ਉਹਨਾਂ ਨੂੰ ਵੇਚਣ ਦੇ ਲਈ ਮਾਰਕੀਟ ਦੇ ਵਿੱਚ ਜਾਂਦਾ ਸੀ। being tired the donkey again went to the lord। ਕਹਿੰਦੇ ਫਿਰ ਆਖਿਰਕਾਰ ਫਿਰ ਥੱਕ ਕੇ ਬੰਦਰ ਜਿਹੜਾ ਸੀ ਉਹ ਦੁਬਾਰਾ ਗੋਡ ਕੋਲ ਗਿਆ। and requested him to change his master again। ਫਿਰ ਦੁਬਾਰਾ ਉਸਨੇ ਰਿਕੁਐਸਟ ਕੀਤੀ ਆਪਣਾ ਮਾਸਟਰ ਚੇਂਜ ਕਰਨ ਦੀ। but now the lord was very angry with him। ਪਰ ਹੁਣ ਜਿਹੜਾ ਗੋਡ ਸੀ ਉਹ ਬਹੁਤ ਜ਼ਿਆਦਾ ਗੁੱਸੇ ਹੋ ਗਿਆ ਸੀ ਉਹਦੇ ਤੇ। he sent him to a butcher। ਤਾਂ ਗੋਡ ਨੇ ਉਸਨੂੰ ਕਸਾਈ ਕੋਲ ਭੇਜ ਦਿੱਤਾ। the butcher saw the donkey and said। ਕਸਾਈ ਨੇ ਜਦੋਂ ਬਾਂਦਰ ਨੂੰ ਵੇਖਿਆ ਤਾਂ ਕਿਹਾ your skin will yield good leather। ਤੁਹਾਡੀ ਸਕਿਨ ਦਾ ਬਹੁਤ ਸੋਹਣਾ ਲੈਦਰ ਬਣ ਸਕਦਾ ਹੈ। listening to the but her the donkey wept for his foolishness। ਕਹਿੰਦੇ ਇੰਨੀ ਗੱਲ ਸੁਣ ਕੇ ਬਾਂਦਰ ਜਿਹੜਾ ਸੀਗਾ ਉਹ ਆਪਣੀ ਮੂਰਖਤਾ ਤੇ ਰੋਣ ਲੱਗ ਪਿਆ। ਸੋ ਮੋਰਲ ਕੀ ਸੀਗਾ? wherever you are at present is the best place for you। ਤੁਸੀਂ ਅੱਜ ਜਿੱਥੇ ਵੀ ਹੋ ਤੁਹਾਡੇ ਲਈ ਇੱਕ ਬੈਸਟ ਪਲੇਸ ਹੈ। ਨੈਕਸਟ ਹੈ ਜੀ ਆਪਣੇ ਕੋਲ ਇੰਪੋਰਟੈਂਟ ਨੋਟਿਸ। ਫਸਟ ਆਪਣੇ ਕੋਲ lost ਵਾਲਾ। this is to inform all the student that I lost my bag yesterday। ਕਹਿੰਦਾ ਇਨਫੋਰਮ ਕੀਤਾ ਜਾਂਦਾ ਸਾਰੇ ਸਟੂਡੈਂਟ ਨੂੰ ਕਿ ਕੱਲ ਮੇਰਾ ਬੈਗ ਗੁੰਮ ਗਿਆ ਸੀ। in the ਸਕੂਲ ਦੇ ਵਿੱਚ। premise during the recess period ਦੇ ਦੌਰਾਨ। it is a blue color bag। ਇਹ blue color ਦਾ ਬੈਗ ਹੈ with leather straps। ਤੇ ਇਸ ਨੂੰ ਲੈਦਰ ਦੀਆਂ ਸਟ੍ਰੈਪਸ ਲੱਗੀਆਂ ਹੋਈਆਂ। it has some books and important papers। ਇਸ ਦੇ ਵਿੱਚ ਕੁਝ ਜ਼ਰੂਰੀ ਕਿਤਾਬਾਂ ਤੇ ਇੰਪੋਰਟੈਂਟ ਪੇਪਰ ਵੀ ਹਨ। anybody who finds it should contact the undersigned। ਕਹਿੰਦੇ ਜਿਸ ਨੂੰ ਵੀ ਇਹ ਲੱਭੇ ਉਹ ਕੰਟੈਕਟ ਕਰੇ। she will be ਜਾਂ he will be suitably reward। ਉਸ ਨੂੰ ਬਣਦਾ ਇਨਾਮ ਵੀ ਦਿੱਤਾ ਜਾਏਗਾ। ਨੀਚੇ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ। ਨੈਕਸਟ ਆਪਣੇ ਕੋਲ you are ਅਕਸ਼ੇ ਖੰਨਾ। you are the sports captain of your school। your school is organizing sports day in a week time। write a notice ਲਿਖਣਾ ਤੁਸੀਂ ਸਟੂਡੈਂਟ ਦੇ to be put up on the notice board to inform them about the date, time and venue of the sports day in 50 words। ਉੱਪਰ ਸਕੂਲ ਦਾ ਨਾਮ ਲਿਖ ਦੇਣਾ ਤੁਸੀਂ। notice annual sport day, ਡੇਟ ਪਾ ਦੇਣੀ ਹੈ। the annual sport day of the school is going to be held on 5th and 6th March। ਸਕੂਲ ਦਾ ਜਿਹੜਾ annual sports day ਆ ਉਹ 5th and 6th March ਨੂੰ ਹੋਣ ਜਾ ਰਿਹਾ। ਤੁਸੀਂ ਇੱਥੇ ਡੇਟ ਕੋਈ ਵੀ ਮੈਂਸ਼ਨ ਕਰ ਸਕਦੇ ਹੋ। students who wish to participate in any event should give their names to the undersigned by 3rd March positively। ਕਹਿੰਦੇ ਉਹ ਸਟੂਡੈਂਟ ਜੋ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਇਸ ਇਵੈਂਟ ਦੇ ਵਿੱਚ ਉਹ ਆਪਣੇ ਨਾਮ ਜਿਹੜੇ ਨੇ ਉਹ 3 ਮਾਰਚ ਤੱਕ ਲਿਖਵਾ ਦੇਣ। the list of the event will be put up in the sports room by 2nd March। ਜਿਹੜੀ ਇਵੈਂਟ ਦੀ ਲਿਸਟ ਹੈ ਉਹ 2nd ਮਾਰਚ ਤੱਕ ਲੱਗ ਜਾਏਗੀ। ਸੋ ਇੱਥੇ ਤੁਸੀਂ ਆਪਣਾ ਨੀਚੇ ਨਾਮ ਲਿਖ ਕੇ ਨੀਚੇ ਸਪੋਰਟਸ ਕੈਪਟਨ ਤੁਸੀਂ ਇੱਥੇ ਲਿਖ ਸਕਦੇ ਹੋ।